ਕਿ ਉਹ ਸਾਰੇ ਹੀ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਉਹ ਜ਼ਰੂਰੀ ਸਰਵਣ ਕਰਨੀ ਹੈ, ਕਿਉਂਕਿ ਗੁਰਬਾਣੀ ਨੂੰ ਆਪਾਂ ਸਮਝਾਂਗੇ ਤਾਂ ਫਿਰ ਹੀ ਆਪਾਂ ਨੂੰ ਪਤਾ ਲੱਗਣਾ ਹੈਗਾ ਵੀ ਗੁਰਬਾਣੀ ਕਹਿ ਕੀ ਰਹੀ ਹੈ। ਜਿਹੜੇ ਮਾਈ ਭਾਈ ਘਰਾਂ ਦੇ ਵਿੱਚ ਬੈਠੇ ਹਨ ਉਹ ਵੀ YouTube ਅਤੇ Facebook 'ਤੇ ਸਰਵਣ ਕਰ ਸਕਦੇ ਹੋ। YouTube ਅਤੇ Facebook ਦਾ ਚੈਨਲ ਜੋ ਹੈ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ 'ਤੇ ਜਾ ਕੇ ਲਾਗਇਨ ਕਰ ਸਕਦੇ ਹੋ। ਆਓ ਹੁਣ ਆਪਾਂ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਤੋਏ ਰਹਿ ਰਾਸ ਕਰ, ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਅਪਾਰ ਰਹਿਮਤ ਕਿਰਪਾ ਸਾਡੇ 'ਤੇ ਵਰਤੀ ਹੈ ਕਿ ਇਸ ਸੰਸਾਰ ਦੇ ਵਿੱਚ ਜੀਵਨ ਜਿਉਣਾ ਕਿਵੇਂ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਜੇ ਕੋਈ ਸਾਨੂੰ ਵਿਚਾਰ ਦੇ ਰਿਹਾ ਹੈ ਤੇ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਜੋ ਸਾਨੂੰ ਸਮਝਾ ਰਹੇ ਨੇ, ਉਹ ਭਾਵੇਂ ਅਸੀਂ ਕੀਰਤਨ ਦੇ ਰਾਹੀਂ ਸਰਵਣ ਕਰੀਏ ਤੇ ਭਾਵੇਂ ਕਥਾ ਵਿਚਾਰ ਦੇ ਰਾਹੀਂ ਸਰਵਣ ਕਰੀਏ, ਤੇ ਵਿਸ਼ਾ ਇਹ ਹੈ, ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਗੁਰੂ ਦੀ ਮੱਤ ਲੈਣੀ ਹੈ ਤੇ ਆਪਣੀ ਮੱਤ ਛੱਡਣੀ ਹੈ। ਸੋ ਇਸੇ ਹੀ ਅਧੀਨ ਅੱਜ ਦੇ ਸਮਾਗਮ ਜਿਹੜੇ ਨੇ ਪ੍ਰਾਰੰਭ ਕੀਤੇ ਜਾ ਰਹੇ ਨੇ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਦੇ ਵਿੱਚ ਅੰਮ੍ਰਿਤਮਈ ਪਾਵਨ ਬਾਣੀ, ਜਿਹਦਾ ਸਿਰਲੇਖ ਸਿੱਧ ਗੋਸ਼ਟ ਹੈ, ਤਾਂ ਕਿ ਸਾਨੂੰ ਸਤਿਗੁਰੂ ਪਾਤਸ਼ਾਹ ਜੀ 'ਤੇ ਜਿਹੜੀਆਂ ਗੋਸ਼ਟੀਆਂ ਨੇ, ਜਿਹੜੀਆਂ ਵਿਚਾਰ ਚਰਚਾਵਾਂ ਨੇ, ਸਾਨੂੰ ਉਹਦੇ ਬਾਰੇ ਸਮਝ ਆਵੇ। ਮੈਂ ਆਪਣਾ ਵਿਸ਼ਾ ਚਾਲੂ ਕਰਾਂ ਇਸ ਤੋਂ ਪਹਿਲਾਂ ਆਓ ਸਾਰੇ ਰਲ ਮਿਲ ਕੇ ਇਕਾਗਰ ਹੋਈਏ ਤੇ ਫਤਿਹ ਦੀ ਸਾਂਝ ਸਾਰੇ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਦਿਨਾਂ ਤੋਂ ਮਨ ਵਿੱਚ ਇਹ ਭਾਵਨਾ ਸੀ, ਕਿਉਂਕਿ ਮੇਰਾ ਥੋੜ੍ਹਾ ਜਿਹਾ, ਮੈਂ ਸਟਾਰਟਿੰਗ ਦੇ ਵਿੱਚ ਦੱਸਣਾ ਚਾਹੁੰਦਾ ਕਿ ਮੇਰਾ ਮੂਲ ਵਿਸ਼ਾ ਹਮੇਸ਼ਾ ਇਹੀ ਹੁੰਦਾ ਹੈ ਕਿ ਅਸੀਂ ਸਬਜੈਕਟ ਵਿੱਚ ਰਹਿ ਕੇ ਗੱਲ ਕਰੀਏ, ਕਿਉਂਕਿ ਹਮੇਸ਼ਾ ਹੀ ਗੁਰਦੁਆਰਿਆਂ ਦਾ ਜਿਹੜਾ ਮੁੱਖ ਪ੍ਰਯੋਜਨ ਹੈ ਉਹ ਗਿਆਨ ਦੇ ਕੇਂਦਰ ਨੇ। ਜਿਵੇਂ ਕਹਿ ਲਓ ਕਿ ਆਪਾਂ ਸੰਡੇ ਨੂੰ ਇੱਕ ਕਲਾਸ ਲੈਣ ਆਉਣੇ ਆ ਗੁਰੂ ਦੇ ਕੋਲ, ਕਿ ਇੱਥੇ ਬੈਠ ਕੇ ਜੋ ਸੁਣੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੁਣੀਏ। ਭਾਵੇਂ ਵੀਰ ਜੀ ਭਾਈ ਨਿਰਮਲ ਸਿੰਘ ਜੀ ਬਹੁਤ ਪਿਆਰਾ ਕੀਰਤਨ ਕਰਦੇ ਨੇ, ਉਹਨਾਂ ਦਾ ਵੀ ਮੂਲ ਵਿਸ਼ਾ ਹੁੰਦਾ ਹੈ ਵੀ ਕੀਰਤਨ ਜੋ ਹੈ ਗੁਰੂ ਗ੍ਰੰਥ ਸਾਹਿਬ 'ਚੋਂ ਹੋਵੇ। ਇਵੇਂ ਹੀ ਕਥਾ ਵੀ ਇਸੇ ਕਰਕੇ ਗੁਰੂ ਘਰਾਂ ਦੇ ਵਿੱਚ ਚੱਲਣ ਦਾ ਪ੍ਰਾਰੰਭ ਇਹ ਸੀ ਕਿ ਵੀ ਅਸੀਂ ਰਲ ਮਿਲ ਕੇ ਜੋ ਗੁਰੂ ਜੀ ਦੀ ਬਾਣੀ ਸਾਨੂੰ ਕਹਿ ਰਹੀ ਹੈ, ਅਸੀਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਾਡੀ ਮੱਤ ਬਹੁਤ ਥੋੜ੍ਹੀ ਹੈ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਿਹੜੇ ਪੇਪਰ ਵਰਕ ਜਾਂ ਕਹਿ ਲਈਏ ਜਾਂ ਇੰਜ ਕਹਿ ਲਈਏ ਕਿ ਇੱਕ ਵੱਖ-ਵੱਖ ਥੀਸਿਸ ਜਿਹੜੇ ਸੱਚੇ ਪਾਤਸ਼ਾਹ ਨੇ ਸਾਂਭੇ, ਜਿਹੜੇ ਅੱਜ PhDਆਂ ਕਰਦੇ ਨੇ, ਪਤਾ ਹੋਊਗਾ ਉਹਨਾਂ ਨੂੰ ਕਿ PhD MA ਤੋਂ ਬਾਅਦ ਕੀਤੀ ਜਾਂਦੀ ਹੈ। ਤੁਸੀਂ ਕਿਸੇ ਵੀ ਚੀਜ਼ ਦੀ ਪਹਿਲਾਂ MA ਕਰਦੇ ਹੋ, ਫਿਰ ਉਸ ਤੋਂ ਬਾਅਦ PhD ਵਾਲੇ ਰਸਤੇ 'ਤੇ ਜਾਂਦੇ ਹੋ, ਭਾਵ ਤੁਸੀਂ ਫਿਰ MA ਵਿੱਚ ਜੋ ਪੜ੍ਹਿਆ ਹੁੰਦਾ ਹੈ ਤੁਸੀਂ ਉਹਦੇ ਉੱਪਰ ਇੱਕ ਥੀਸਿਸ ਲਿਖਦੇ ਹੋ। ਜੇ ਉਹ ਥੀਸਿਸ ਤੁਹਾਡਾ ਬੜਾ ਬਾਕਮਾਲ ਆ, ਬੜਾ ਵਧੀਆ ਥੀਸਿਸ ਹੈ, ਤੇ ਉਹ ਆਉਣ ਵਾਲੇ ਵਿਦਿਆਰਥੀਆਂ ਨੂੰ ਉਹ ਲੱਗ ਜਾਂਦਾ ਹੈ
ਵੀ ਇਸ ਬੰਦੇ ਨੇ ਇਸ ਚੀਜ਼ ਉੱਪਰ ਇਹ ਰਿਸਰਚ ਕਰ ਕੀਤੀ ਹੈ ਤੇ ਇਹ ਉਹਨੇ ਥੀਸਿਸ ਲਿਖਿਆ ਹੈ, ਤੁਹਾਡੇ ਵਾਸਤੇ ਸਹੂਲਤ ਹੋਵੇ ਤੇ ਤੁਸੀਂ ਅੱਗੇ ਆਪਣੇ ਆਪ ਦੀ ਹੋਰ ਨਵੀਂ ਇੱਕ ਰਿਸਰਚ ਕਰ ਸਕੋ ਤੇ ਉਹਦਾ ਇੱਕ ਥੀਸਿਸ ਜਿਹੜਾ ਹੈ ਉਹ ਯੂਨੀਵਰਸਿਟੀ ਦੇ ਵਿੱਚ ਲਾ ਦਿੱਤਾ ਜਾਂਦਾ ਹੈ। ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਹੜੀ ਡੀ.ਲਿਟ ਦੀ ਡਿਗਰੀ ਜਿਹੜੀ ਉਸ ਸਮੇਂ ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਦਿੱਤੀ ਗਈ, ਜਦੋਂ ਉਹਨਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਪਣ ਲਿਖਿਆ। ਦਰਪਣ ਦਾ ਮਤਲਬ ਹੁੰਦਾ ਹੈ ਸ਼ੀਸ਼ਾ। ਸਤਿਗੁਰੂ ਜੀ ਜੋ ਕਹਿ ਰਹੇ ਨੇ ਉਹਦੇ ਸਨਮੁਖ ਇੱਕ ਸ਼ੀਸ਼ਾ ਖੜਾ ਕਰ ਦੇਣਾ ਤਾਂ ਕਿ ਉਸ ਸ਼ੀਸ਼ੇ ਦੇ ਵਿੱਚ ਅਸੀਂ ਆਪਣੇ ਆਪ ਨੂੰ ਵੇਖ ਸਕੀਏ ਕਿ ਅਸੀਂ ਕੀ ਕਰ ਰਹੇ ਹਾਂ। ਇਵੇਂ ਹੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 15 ਭਗਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ, 11 ਭੱਟ ਦਰਜ ਕੀਤੇ। ਇਸ ਤੋਂ ਇਲਾਵਾ ਹੋਰ ਜਿਹੜੇ ਉਸ ਸਮੇਂ ਦੇ ਪਾਤਸ਼ਾਹ ਜੀ ਨੂੰ ਗੁਰਮਤ ਅਕੀਦੇ ਮੁਤਾਬਕ ਲੱਗੀਆਂ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਥੀਸਿਸ ਰੂਪ ਦੇ ਵਿੱਚ ਥਾਂ ਦਿੱਤਾ ਤਾਂ ਕਿ ਜਦੋਂ ਵੀ ਆਉਣ ਵਾਲੀ ਜਿਹੜੀ ਸਿੱਖਾਂ ਦੀ ਪਨੀਰੀ ਹੈ, ਜਦੋਂ ਕਿਤੇ ਉਹ ਗੁੰਮਰਾਹ ਹੋਣ ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਰੀਸਰਚ ਕਰਕੇ ਆਪਣੀ ਜੀਵਨ ਜਿਉਣ ਦਾ ਢੰਗ ਸਿੱਖ ਸਕਣ। ਪਰ ਹੋਇਆ ਸਭ ਕੁਝ ਇਹ ਤੋਂ ਉਲਟ। ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਚਾਰ ਦਾ ਸਮਾਂ ਆਇਆ, ਸਿੱਖ ਜੰਗਾਂ ਯੁੱਧਾਂ ਦੇ ਵਿੱਚ ਚਲੇ ਗਏ ਤੇ ਨਿਰਮਲਿਆਂ ਨੇ ਸਿੱਖਾਂ ਦੀ ਵਾਗਡੋਰ ਸੰਭਾਲੀ, ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਦੇ ਅਧੀਨ ਚਲਾ ਗਿਆ। ਉਹਨਾਂ ਨੇ ਆਪਣੀ ਮਰਜ਼ੀ ਦੀ ਥਿਊਰੀ ਸਿੱਖਾਂ ਨੂੰ ਦੱਸਣੀ ਚਾਲੂ ਕੀਤੀ। ਜਿਵੇਂ ਮੰਦਰਾਂ ਦੇ ਵਿੱਚ ਲੋਕੀ ਜਾ ਕੇ ਪੱਥਰ ਦੀ ਪੂਜਾ ਕਰਦੇ ਸਨ, ਉਹਨਾਂ ਨੇ ਬਸ ਫਰਕ ਇੰਨਾ ਕੁ ਅਪਣਾ ਲਿਆ ਕਿ ਉਹ ਕਹਿੰਦੇ ਵੀ ਤੁਸੀਂ ਆਓ ਧੰਨ ਗੁਰੂ ਗ੍ਰੰਥ ਸਾਹਿਬ ਕੋਲ ਆਓ, ਪਰ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਅਸੀਂ ਤੁਹਾਨੂੰ ਪੜ੍ਹ ਕੇ ਦੱਸਾਂਗੇ। ਅਸੀਂ ਤੁਹਾਨੂੰ ਦੱਸਾਂਗੇ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਹੈ, ਉਹਦੇ ਅਖਰੀ ਅਰਥ ਅਸੀਂ ਕਰਕੇ ਤੁਹਾਨੂੰ ਦੱਸਾਂਗੇ। ਜਿਹਦੇ ਨਤੀਜੇ ਵਿੱਚੋਂ ਸਭ ਤੋਂ ਪਹਿਲਾ ਟੀਕਾ ਫਰੀਦਕੋਟੀਆਂ ਦਾ ਟੀਕਾ ਨਿਕਲਿਆ, ਜਿਹੜਾ ਪੰਡਿਤ ਨਰੋਤਮ ਦਾਸ ਜੀ ਨੇ ਕੀਤਾ। ਉਸ ਟੀਕੇ ਨੂੰ ਆਧਾਰ ਬਣਾ ਕੇ ਕਥਾਕਾਰ ਕਥਾ ਕਰਨ ਲੱਗੇ। ਹੁਣ ਮੂਲ ਵਿਸ਼ਾ ਜਿਹੜਾ ਉਹਦਾ ਸੀ, ਉਹਦਾ ਮੂਲ ਵਿਸ਼ਾ ਪੰਡਿਤ ਜੀ ਦਾ ਇਹ ਸੀ ਕਿ ਜੋ ਗੁਰਬਾਣੀ ਦੇ ਵਿੱਚ ਦਰਜ ਆ ਗੱਲ, ਉਹਨੂੰ ਪਿੱਛੇ ਕਰਕੇ ਬ੍ਰਾਹਮਣੀ ਮੱਤ ਦੀ ਰੰਗਤ ਦੇ ਵਿੱਚ ਰੰਗ ਕੇ ਗੱਲ ਕੀਤੀ ਜਾਵੇ। ਪਰ ਉਹ ਜ਼ਿਆਦਾ ਚਿਰ ਤੱਕ ਆਪਣੇ ਇਸ ਚੀਜ਼ ਨੂੰ ਚਲਾ ਨਾ ਸਕੇ। ਪ੍ਰੋਫੈਸਰ ਸਾਹਿਬ ਸਿੰਘ ਦੇ ਹਿੱਸੇ ਆਈ ਥੋੜੀ ਜਿਹੀ ਹੋਰ ਰਿਸਰਚ, ਉਹਨਾਂ ਨੇ ਹੋਰ ਰਿਸਰਚ ਕੀਤੀ। ਪਰ ਜਿਤਨਾ ਕਹਿੰਦੇ ਉਹਨਾਂ ਕਿ ਸਰੋਤ ਉਸ ਸਮੇਂ ਦੇ ਜਿਹੜੇ ਹੁੰਦੇ ਨੇ, ਉਹਨਾਂ ਸਰੋਤਾਂ ਨੂੰ ਮੁੱਖ ਰੱਖ ਕੇ ਮਨੁੱਖ ਰਿਸਰਚ ਕਰਦਾ ਹੈ। ਆਪਣੀ ਮਨ ਦੀ ਅਵਸਥਾ, ਜੋ ਉਹਦੇ ਮਨ ਦੇ ਖਿਆਲ ਉਮੜਦੇ ਨੇ, ਉਹਨਾਂ ਖਿਆਲਾਂ ਦੇ ਵਿੱਚ ਜਦੋਂ ਉਹ ਗੁਰਮਤ ਨੂੰ ਸਮਝਦਾ ਹੈ, ਜਿਹੜੀ ਉਹਦੀ ਮੁੱਖ ਸੁਰਤ ਆ, ਜਿਹੜੀ ਮੁੱਖ ਸੋਚ ਆ, ਜਿਹੜੀ ਜਮਾਂਦਰੂ ਸੋਚ ਆ, ਉਹੀ ਉਹਦੀ ਚੀਜ਼ ਨੂੰ ਉਸ ਵੱਲ ਲੈ ਕੇ ਆਉਂਦੀ ਹੈ। ਇਸੇ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਜਦੋਂ ਕਿਤੇ ਟੀਕਾ ਲਿਖਦੇ ਨੇ, ਕਿਉਂਕਿ ਪ੍ਰੈਸ਼ਰਾਈਜ਼ ਦੇ ਅਧੀਨ ਲਿਖਦੇ ਨੇ, ਕਿਉਂਕਿ ਜਿਹੜੀ ਸਮੇਂ ਦੀ ਹਕੂਮਤ ਆ ਉਹ ਨਹੀਂ ਚਾਹੁੰਦੀ ਕਿ ਵੀ ਇਸ ਗੱਲ ਨੂੰ ਖੁੱਲ੍ਹ ਕੇ ਬਿਆਨ ਕੀਤਾ ਜਾਵੇ, ਕਿਉਂਕਿ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਵਿਚਾਰ ਤੁਹਾਡੇ ਸਾਹਮਣੇ ਪਹੁੰਚਣ ਲੱਗੀ, ਤੁਸੀਂ ਗੁਲਾਮ ਨਹੀਂ ਰਹਿ ਸਕਦੇ। ਕਿਉਂਕਿ ਸਿੱਖ ਗੁਲਾਮ ਨਹੀਂ ਹੋ ਸਕਦਾ, ਸਿੱਖ ਗੁਲਾਮੀ ਤੋਂ ਬਾਹਰ ਨਿਕਲਦਾ। ਇਸੇ ਅਧੀਨ ਇਹ ਗੋਸ਼ਟੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀਆਂ ਗਈਆਂ ਨੇ। ਸਿੱਧ ਗੋਸ਼ਟ ਜਿਹੜੀ ਹੈ ਬਕਾਇਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੰਪਾਦਨਾ ਕੀਤੀ ਹੈ, ਇਹਦੀ ਐਡੀਟਿੰਗ ਕੀਤੀ ਹੈ, ਤਾਂ ਕਿ ਸਾਨੂੰ ਸਮਝ ਆਵੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੇ ਸਿੱਧਾਂ ਦੀ ਵਿਚਾਰ ਚਰਚਾ ਕੀ ਸੀ। ਪਹਿਲੀ ਗੱਲ ਇਹ। ਦੂਜੀ ਗੱਲ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਸਮੇਂ ਦੇ ਵਿੱਚ ਜਿਹੜਾ ਆਪਣਾ ਪ੍ਰਚਾਰ ਕਰਨ ਦਾ ਤਰੀਕਾ ਰੱਖਿਆ। ਅੱਜ ਵੱਖਰੀ ਗੱਲ ਇਹ ਹੈ ਕਿ ਵੀ ਮੈਂ ਇਹ ਗੱਲ ਭੂਮਿਕਾ ਵਜੋਂ ਪਹਿਲਾਂ ਤਾਂ ਕਹਿ ਰਿਹਾ ਕਿ ਇੱਕ ਜਾਣ ਪਛਾਣ ਕਰਾਉਣੀ ਚਾਹੁੰਦਾ ਤੁਹਾਨੂੰ ਸਿੱਧ ਗੋਸ਼ਟ ਦੇ ਨਾਲ। ਇਸੇ ਵਾਸਤੇ ਮੈਂ ਆਪਣਾ ਵਿਸ਼ਾ ਇੱਧਰ ਨੂੰ ਰੱਖ ਰਿਹਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿੱਥੇ ਸੁਲਤਾਨਪੁਰ ਦੀ ਧਰਤੀ ਦੇ ਉੱਪਰ ਉਹ ਆਪਣਾ ਬਹੁਤ ਵਧੀਆ ਰੋਜ਼ਗਾਰ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਬੜੀ ਬਾਕਮਾਲ, ਬਾਬੇ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਂਦਾ ਤਿੱਤਨ ਵੀ ਸੁਣਦੇ ਹਾਂ ਇਹਨਾਂ ਸ਼ਬਦਾਂ ਦੇ, ਤੇ ਅਸੀਂ ਇਹਦੇ ਅਰਥ ਕਰਦੇ ਹਾਂ। ਬਾਬੇ ਨੇ ਧਿਆਨ ਲਾ ਕੇ ਵੇਖਿਆ ਤੇ ਉਹਨੂੰ ਸੜਦੀ ਬਲਦੀ ਲੁਕਾਈ ਆਈ। ਉਹ ਅਰਥ ਕੀ ਨੇ ਭਲਾ ਉਹਦੇ? ਭਾਈ ਗੁਰਦਾਸ ਜੀ ਨੇ ਕੀ ਲਿਖਿਆ? ਮੈਂ ਸਿੱਧ ਗੋਸ਼ਟ ਤੋਂ ਪਹਿਲਾਂ ਜਿਹੜੀ ਭਾਈ ਗੁਰਦਾਸ ਜੀ ਨੇ ਸਿੱਧ ਗੋਸ਼ਟ ਲਿਖੀ ਹੈ ਨਾ, ਮੈਂ ਉਹ ਤੁਹਾਡੇ ਸਾਹਮਣੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਮੈਨੂੰ ਇੰਝ ਲੱਗਦਾ ਹੈ ਕਿ ਭਾਈ ਗੁਰਦਾਸ ਜੀ ਨੇ ਜਿਹੜੇ ਅਰਥ ਕੀਤੇ ਨੇ ਬੜੇ ਬਾਕਮਾਲ ਕੀਤੇ ਨੇ। ਤੇ ਕਹਿੰਦੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਬਾਰੇ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਆ ਨਾ, ਕਹਿੰਦੇ ਗੱਲ ਕੀ ਸੁਣੀ ਨਾਨਕ ਜੀ ਨੇ, ਵੇਖਿਆ ਵੀ ਦਰਦ ਲੋਕਾਂ ਦਾ, ਤਕਲੀਫ ਵੇਖੀ। ਜਿਵੇਂ ਅੱਜ ਦੀ ਦੌਰ 'ਚ ਅਸੀਂ ਵਿਚਰ ਰਹੇ ਹਾਂ। ਇੱਕ ਉਹ ਲੋਕ ਨੇ
ਜਿਹੜੇ ਕੰਫਰਟੇਬਲ ਜ਼ੋਨ ਜਿਉਂਦੇ ਨੇ, ਜਿਨ੍ਹਾਂ ਦਾ ਮਤਲਬ ਹੈ ਕਿ ਘਰ ਦੇ ਵਿੱਚ ਸੋਹਣੀ ਤਨਖਾਹ ਆ ਰਹੀ ਹੈ, ਖਾਣ ਪੀਣ ਨੂੰ ਖੁੱਲ੍ਹਾ ਵਾ, ਉਹਨਾਂ ਨੂੰ ਪੁੱਛੋ ਕਿਸਾਨਾਂ ਦਾ ਮੁੱਦਾ ਕੀ ਹੈ, ਉਹਨਾਂ ਵਾਸਤੇ ਕੋਈ ਲੈਣਾ ਦੇਣਾ ਹੀ ਨਹੀਂ। ਉਹਨਾਂ ਦੇ ਪੁੱਛੋ ਕਿਤੇ, ਉਹ ਕਹਿੰਦੇ ਹੂ ਇਜ਼ ਦਾ ਫਾਰਮਰ, ਆਈ ਡੋਂਟ ਨੋ, ਵੀ ਨੀਡ ਫੂਡ ਐਂਡ ਐਵਰੀ ਮਾਰਨਿੰਗ ਇਨ ਦਾ ਪਲੇਟ ਵੀ ਹੈਵ ਅ ਰੈਡੀਮੇਡ ਫੂਡ। ਕੋਈ 버ਗਰ ਖਾ ਰਿਹਾ, ਕੋਈ ਪੀਜ਼ਾ ਖਾ ਰਿਹਾ, ਕੋਈ ਕੁਝ ਖਾ ਰਿਹਾ। ਪੀਜ਼ੇ ਖਾਣ ਵਾਲਿਆਂ ਨੂੰ ਪੁੱਛੋ ਕਿ ਅਨਾਜ ਕੀ ਹੁੰਦਾ, ਕਿੱਥੋਂ ਆਉਂਦਾ ਅਨਾਜ। ਅੱਜ ਜਿਹੜੀ ਕਿਸਾਨ ਦੀ ਹਾਲਤ ਇੱਥੇ ਆ ਕੇ ਖਲੋਤੀ ਹੈ, ਕਿਉਂ? ਕਿਉਂਕਿ ਅਸੀਂ ਉਸ ਵਿਸ਼ੇ ਉੱਤੇ ਕਦੀ ਵਿਚਾਰ ਹੀ ਨਹੀਂ ਕੀਤੀ, ਕਦੀ ਸੋਚਿਆ ਹੀ ਨਹੀਂ ਕਦੀ। ਇਹ ਵੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸੈਨਿਕ ਦੇ ਵਿਸ਼ੇ ਉੱਤੇ ਵੀ ਇਹ ਵਿਚਾਰ ਚਰਚਾ ਹੋਣੀ ਜੇ। ਦੋ ਚੀਜ਼ਾਂ ਨੇ ਹਿੰਦੁਸਤਾਨ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਸੀ, ਕਿਸਾਨ ਨੇ ਤੇ ਜਵਾਨ ਨੇ। ਤਾਂ ਹੀ ਇੱਕ ਨਾਰਾ ਬੁਲੰਦ ਹੋ ਗਿਆ ਸੀ, ਜੈ ਜਵਾਨ ਜੈ ਕਿਸਾਨ, ਕਿਉਂਕਿ ਦੋਵੇਂ ਹੀ ਚੀਜ਼ਾਂ ਬਹੁਤ ਹੀ ਸਟਰਗਲ ਮੰਗਦੀਆਂ ਨੇ। ਤੇ ਨਾਨਕ ਜੀ ਨੇ ਆਪਣੇ ਜੀਵਨ ਦੀ ਜਿਹੜੀ ਪਹਿਲੀ ਕਿਰਤ ਜਿਹੜੀ ਕਰਤਾਰਪੁਰ ਆ ਕੇ ਚੁਣੀ ਨਾ ਉਹਨਾਂ ਨੇ ਹੱਟੀ ਚੁਣੀ, ਉਹਨਾਂ ਨੇ ਕੀ ਚੁਣਿਆ? ਖੇਤੀਬਾੜੀ ਕਰਨਾ। ਕਿਉਂ ਖੇਤੀਬਾੜੀ ਕਰਨਾ ਚੁਣਿਆ? ਬੜਾ ਵਧੀਆ, ਨਾਨਕ ਜੀ ਇੱਕ ਵੈਲ ਸੈਟਲਡ ਸਨ, ਜਿੱਥੇ ਮਰਜ਼ੀ ਜਾ ਕੇ ਜੌਬ। ਤੁਸੀਂ ਕੀ ਸਮਝਦੇ ਹੋ? ਮੈਂ ਕਈ ਵਾਰੀ ਬੇਨਤੀ ਕਰਦਾ, ਨਾਨਕ ਜੀ ਜੋ ਸਾਨੂੰ ਵਿਖਾਏ ਜਾ ਰਹੇ ਨਾ, ਉਹ ਨਾਨਕ ਜੀ ਨਹੀਂ ਗੇ। ਸਾਨੂੰ ਨਾਨਕ ਜੀ ਵਿਖਾਏ ਜਾਂਦੇ ਨੇ, ਸਿਰ ਦੇ ਉੱਤੇ ਗੋਲ ਪੱਗ ਬੰਨੀ ਹੈ, ਤੇ ਬਾਬਾ ਜੀ ਦੇ ਚਿਹਰੇ ਜਿਹੜੇ ਨੇ, ਅੱਖਾਂ ਦੀਆਂ ਜੋਤਾਂ ਦੇ ਵਿੱਚ ਅੱਧੀਆਂ ਅੱਖਾਂ ਚਮਕਣੀ, ਜਿਹੜੀ ਅੱਧੀਆਂ ਅੱਖਾਂ ਦੀ ਝਮਕਣੀ ਜਿਹੜੀ ਖੁੱਲੀ ਹੋਈ ਹੈ, ਬੜਾ ਇੱਕ ਸਰੂਰ ਜਿਹਾ ਅੱਖਾਂ ਦੇ ਵਿੱਚ ਹੈ। ਪਿੱਛੇ ਇੱਕ ਲੋ ਚੱਲ ਰਹੀ ਹੈ, ਆਲੇ ਦੁਆਲੇ ਫਰੂਟਾਂ ਦੇ ਟੋਕਰੇ ਪਏ ਨੇ, ਇੱਕ ਮੋਰ ਦੇ ਪੰਖ ਦੇ ਨਾਲ ਸਿਰ ਦੇ ਉੱਤੇ ਚੌਰ ਕਰ ਰਿਹਾ। ਇਹ ਸਾਡੀ ਇੱਕ ਮੈਂਟੈਲਿਟੀ ਤਿਆਰ ਕਰ ਦਿੱਤੀ, ਇੱਕ ਮੈਂਟੈਲਿਟੀ ਸਾਡੀ ਬਣਾ ਦਿੱਤੀ, ਜਿਹੜੀ ਆਉਣ ਵਾਲੇ ਸਾਡੇ ਬੱਚੇ ਉਸ ਫੋਟੋ ਨੂੰ ਵੇਖ ਕੇ ਮੇਰੇ ਵਰਗੇ ਦਾ ਹਲਵਾ ਮੰਡਾ ਚੱਲਦਾ ਰਹੇ, ਕਿ ਮੇਰੇ ਵਰਗਾ ਉਹ ਟੋਕਰੇ ਫਰੂਟਾਂ ਦੇ ਆਲੇ ਦੁਆਲੇ ਪਏ। ਵੀ ਪ੍ਰਚਾਰਕ ਐਵੇਂ ਹੀ ਹੁੰਦੇ ਨੇ, ਹੱਥ ਬੜੇ ਕੂਲੇ ਕੂਲੇ ਨਾਨਕ ਦੇ ਸਾਬਤ ਕੀਤੇ ਨੇ। ਪਰ ਜਿਹੜਾ ਨਾਨਕ ਐਕਚੁਅਲੀ ਸਨ, ਉਹ ਸਾਡੇ ਸਾਹਮਣੇ ਨਹੀਂ ਰੱਖੇ ਗਏ। ਢਾਡੀਆਂ ਮੇਰੇ ਵਰਗਿਆਂ ਨੇ ਵੀ ਉਹੀ ਨਾਨਕ ਸੁਣਾਇਆ ਜੋ ਸਾਨੂੰ ਸੁਣਾਇਆ ਗਿਆ। ਪਰ ਨਾਨਕ ਜੀ ਹੈ ਕੀ? ਗੁਰਬਾਣੀ ਪੜ੍ਹੋ, ਨਾਨਕ ਜੀ ਤੁਹਾਨੂੰ ਦੱਸਦੇ ਮੈਂ ਹੈ ਕੀ ਹਾਂ, ਮੇਰੀ ਪਰਸਨੈਲਿਟੀ ਕੀ ਹੈ, ਮੇਰੀ ਪਰਸਨੈਲਿਟੀ ਦੀ ਡਿਵੈਲਪਮੈਂਟ ਕੀ ਹੈ, ਮੈਂ ਕਿੱਥੋਂ ਉੱਠਿਆ ਵਾਂ, ਮੈਂ ਕੀ ਕਰਨਾ ਚਾਹੁੰਦਾ ਵਾਂ। ਤੁਸੀਂ ਮੇਰੇ ਲਾਗੇ ਬਹੁਤ ਆ ਸੀ, ਮੈਂ ਤਾਂ ਹੀ ਤੁਹਾਨੂੰ ਦੱਸੂਗਾ ਨਾ ਜਪਜੀ ਸਾਹਿਬ ਕੀ ਹੈ। ਨਾਨਕ ਜੀ ਰੋਜ਼ ਦੱਸਦੇ ਆ ਵੀ ਮੈਂ ਕੀ ਹਾਂ। ਮੈਂ ਤੈਨੂੰ ਦੱਸਣਾ ਚਾਹੁੰਦਾ, ਤੇਰੀ ਜ਼ਿੰਦਗੀ ਦੇ ਸਾਹਮਣੇ ਕਿਹੜੇ ਕਿਹੜੇ ਆਉਣ ਵਾਲੀਆਂ ਮੁਸੀਬਤਾਂ ਖਲੋਤੀਆਂ ਨੇ, ਕਿਹੜੇ ਕਿਹੜੇ ਲਾਈਫ ਦੀ ਸਟਰਗਲ ਖਲੋਤੀ ਹੈ। ਜਪਜੀ ਸਾਹਿਬ ਉਹਦੇ ਵਿੱਚੋਂ ਉਖੜ ਕੇ ਆਇਆ ਜੇ। ਪਰ ਅਸੀਂ ਵੀ ਜਪਜੀ ਸਾਹਿਬ ਨੂੰ ਉਵੇਂ ਸਮਝੇ ਹਾਂ ਕਿ ਪਾਠ ਕਰ ਲਓ ਜੀ, ਆਹ ਸਾਡਾ ਰੁਕਿਆ ਕੰਮ ਸਵਰ ਜਾਵੇਗਾ, ਪਾਠ ਕਰ ਲਓ, ਬਸ ਪਾਠ ਕਰ ਰਹੇ ਹਾਂ। ਪਾਠ ਵਿੱਚ ਹੈ ਕੀ ਇਹ ਨਹੀਂ ਸਾਨੂੰ ਪਤਾ, ਨਾ ਅਸੀਂ ਇਹਦੇ ਉੱਪਰ ਕਦੀ ਜ਼ੋਰ ਦਿੰਦੇ ਹਾਂ ਕਿ ਅਸੀਂ ਜਾਣੀਏ ਕੁਝ, ਸਮਝੀਏ ਕੁਝ, ਨਾ ਸਾਡਾ ਧਿਆਨ ਨਹੀਂ। ਹੁਣ ਨਾਨਕ ਜੀ ਜੇ ਸੁਲਤਾਨਪੁਰ ਦੀ ਧਰਤੀ ਉੱਤੇ ਕੰਮ ਕਰਦੇ ਨੇ, ਮੈਂ ਇਹ ਤੋਂ ਪਹਿਲਾਂ ਸਿੱਧ ਗੋਸ਼ ਤੋਂ ਪਹਿਲਾਂ ਨਾਨਕ ਜੀ ਦਾ ਕਿਰਦਾਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਨਾਨਕ ਜੀ ਨੂੰ ਜਦੋਂ ਮੈਂ ਉਦਣ ਵੀ ਗੱਲ ਕਹੀ ਸੀ, ਜਿਹੜਾ ਨਾਨਕ ਜੀ ਨੂੰ ਡਿਫਾਈਨ ਕਰ ਰਿਹਾ ਵਾ ਨਾ, ਉਹ ਬੜਾ ਸ਼ਰਾਰਤ ਤਰੀਕੇ ਨਾਲ ਨਾਨਕ ਜੀ ਨੂੰ ਡਿਫਾਈਨ ਕਰ ਰਿਹਾ। ਕਿਉਂਕਿ ਨਾਨਕ ਜੀ ਦੀ ਪਰਸਨੈਲਿਟੀ ਨੂੰ ਜੇ ਇਹ ਸਾਬਤ ਕਰੇਗਾ ਕਿ ਨਾਨਕ ਜੀ ਕਿਰਤੀ ਸਨ, ਨਾਨਕ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ, ਨਾਨਕ ਜੀ ਬੜੇ ਸਟੇਟ ਫਾਰਵਰਡ ਸਨ, ਨਾਨਕ ਜੀ ਨੇ ਤਮਾਮ ਉਸ ਬ੍ਰਾਹਮਣਵਾਦ ਦਾ ਰੱਜ ਕੇ ਖਿਲਾਫੀਅਤ ਕੀਤੀ, ਤੇ ਨਾਨਕ ਜੀ ਨੇ ਤਮਾਮ ਪੂਜਾ ਪਾਠਾਂ ਦੀ ਉਦਾਹਰਨਾਂ ਦੇ ਕੇ ਜੇ ਉਹ ਗੱਲ ਕਰੂਗਾ ਤੇ ਮੇਰਾ ਕੰਮ ਕਾਰੋਬਾਰ ਰੁਕੂਗਾ। ਤੇ ਮੈਂ ਕੌਣ ਚਾਹੁੰਦਾ ਮੈਂ ਕਾਰੋਬਾਰ ਰੁਕੇ ਮੇਰਾ? ਜੇ ਤੁਸੀਂ ਇਹ ਸਿੱਧਾਂ ਦੀ ਗੱਲ ਕਰਦੇ ਹੋ, ਜਪਜੀ ਸਾਹਿਬ ਦੀ ਇੱਕ ਪੰਕਤੀ ਹੈ, ਸਾਹਿਬ ਕਹਿੰਦੇ ਆਈ ਪੰਥੀ ਸਗਲ ਜਮਾਤੀ। ਆਈ ਪੰਥ ਦੁਨੀਆ ਦਾ ਸਿੱਧਾਂ ਦਾ ਸਭ ਤੋਂ ਵੱਡਾ ਧਰਮ ਜੇ, ਵੱਡਾ ਪੰਥ ਜੇ। ਇਹਨਾਂ ਦੇ 21 ਤਰੀਕੇ ਦੇ ਕਸਬੇ ਨੇ, ਇਹਨਾਂ ਦੇ 21 ਤਰੀਕੇ ਦੇ ਸਿੱਧ ਨੇ ਦੁਨੀਆ ਦੇ ਵਿੱਚ। ਕਿਤੇ ਕੁੰਭ ਦੇ ਮੇਲੇ ਵਿੱਚ ਜਾਓਗੇ, ਤੁਹਾਨੂੰ ਵੱਖ-ਵੱਖ ਤਰੀਕੇ ਦੇ ਸਿੱਧ ਸਾਧ ਜੋਗੀ ਮਿਲਣਗੇ। ਉਹਦੇ ਵਿੱਚ ਜੰਗਮ ਜੋਗੀ ਵੱਖਰੇ ਨੇ, ਸਰੇਵੜੇ ਜੋਗੀ ਵੱਖਰੇ ਨੇ, ਨਾਂਗੇ ਜੋਗੀ ਵੱਖਰੇ ਨੇ, ਸਿੱਧ ਜੋਗੀ ਵੱਖਰੇ ਨੇ, ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਪਾਉਣ ਵਾਲੇ ਜੋਗੀ ਵੱਖਰੇ ਨੇ। ਜਦੋਂ ਨਾਨਕ ਜੀ ਡਿਬੇਟ ਕਰ ਰਹੇ ਆ ਨਾ, ਨਾਨਕ ਜੀ ਕਰ ਰਹੇ ਆ ਤਮਾਮ ਉਹਨਾਂ ਜੋਗੀਆਂ ਦੇ ਸਿਰੇ ਦੇ ਨਾਲ, ਜਿਹੜੇ ਆਪ ਇਹ ਕਹਿੰਦੇ ਨੇ, ਕਹਿੰਦੇ ਅਸੀਂ ਖੱਟ ਦਰਸ਼ਨ ਜਿਹੜੇ 6 ਤਰੀਕੇ ਦੇ ਜਿਹੜੇ ਸਾਡੇ ਜੋਗੀ ਪੰਥ ਨੇ ਨਾ, ਅਸੀਂ ਉਹਨਾਂ ਨੂੰ ਹਰਾ ਕੇ ਬੈਠੇ ਆ ਟੀਸੀ ਤੇ, ਜਿਨ੍ਹਾਂ ਕੋਲ ਤੂੰ ਆਇਆ ਨਾਨਕ ਗੱਲ ਕਰਨ। ਤੇ ਸੋਚੋ ਕਿਤੇ ਜਿਹੜੇ 6 ਵੱਖ-ਵੱਖ ਤਰੀਕੇ ਦੇ ਸਿੱਧਾਂ ਜੋਗੀਆਂ ਨੂੰ ਹਰਾ ਕੇ ਉੱਚੀ ਥਾਂ ਤੇ ਬੈਠੇ ਹੋਣ, ਨਾਨਕ ਜੀ ਉਹਨਾਂ ਦੇ ਨਾਲ ਅਚਲ ਵਟਾਲੇ ਦੀ ਧਰਤੀ ਤੇ ਜਾ ਕੇ ਵਿਚਾਰ ਕਰਨ, ਕਿਉਂਕਿ ਉਹ ਚਿਲਮ ਲਾਉਂਦੇ ਨੇ। ਅੱਜ ਵੀ ਤੁਸੀਂ ਦੇਖੋ ਚਿਲਮ ਦੇ ਵਿੱਚ ਚਰਸ ਪੀ ਕੇ ਪੀਣ ਵਾਲੇ ਅੱਜ ਵੀ ਤੁਹਾਨੂੰ ਹਰਿਦੁਆਰ ਦੀ ਧਰਤੀ ਤੇ ਮਿਲ ਜਾਣਗੇ। ਬੜੇ ਗੋਰਿਆਂ ਨੇ ਵੀ ਉਹਨਾਂ ਨੂੰ ਅਪਣਾਇਆ ਹੋਇਆ, ਬੜੇ ਉਹ ਗਾਉਣਗੇ ਉੱਚੀ ਉੱਚੀ।
ਹਰੇ ਰਾਮ ਹਰੇ ਕ੍ਰਿਸ਼ਨਾ ਗਾਉਣਗੇ ਤੇ ਨਾਲ ਚਿਲਮਲ ਚਰਸ ਦਾ ਜਿਹੜਾ ਉਹ ਨਾਲ ਫੂਕਾਂ ਵੀ ਮਾਰਨਗੇ। ਇੱਕ ਉਹ ਤਰੀਕੇ ਦੇ ਜੋਗੀ ਨੇ। ਹੁਣ ਨਾਨਕ ਜੀ ਇੱਕ ਜਦੋਂ ਪੇਸ਼ ਕੀਤੇ ਜਾ ਰਹੇ ਨੇ ਵੀ ਜਿਹੜਾ ਨਾਨਕ ਨਾ ਦੁਕਾਨ ਕਰ ਸਕਿਆ, ਜਿਹੜਾ ਨਾਨਕ ਨਾ ਖੇਤੀ ਕਰ ਸਕਿਆ, ਨਾ ਮੱਝਾਂ ਚਾਰ ਸਕਿਆ। ਹੁਣ ਮੈਂ ਕਈ ਵਾਰੀ ਕਹਿਣਾ, ਅਸੀਂ ਅੱਜ ਇੱਕ ਸਾਖੀਆ, ਮੇਰਾ ਬੱਚਾ ਬੈਠਾ ਛੋਟਾ ਜਿਹਾ ਵੀਰ, ਅਸੀਂ ਇਹਦੇ ਦਿਮਾਗ ਵਿੱਚ ਅਸੀਂ ਬੱਚਿਆਂ ਨੂੰ ਇੱਕ ਸਾਖੀ ਵਾਰ-ਵਾਰ ਸੁਣਾਉਂਦੇ ਹਾਂ ਕਿ ਨਾਨਕ ਜੀ ਨੇ ਨਾ ਮੱਝਾਂ ਜਿਹੜੀਆਂ ਸਨ ਉਹ ਨਾਨਕ ਜੀ ਸੌਂ ਗਏ ਤੇ ਮੱਝਾਂ ਜਿਹੜੀਆਂ ਸਨ ਉਹ ਖੇਤ ਚਰ ਗਈਆਂ ਨਾਨਕ ਜੀ ਦਾ। ਲੋਕਾਂ ਨੇ ਸ਼ਿਕਾਇਤ ਕੀਤੀ ਤੇ ਜਦੋਂ ਮਹਿਤਾ ਕਾਲੂ ਜੀ ਵਾਪਸ ਆਏ ਤੇ ਵੇਖਿਆ ਖੇਤਾਂ ਹਰੀਆਂ ਭਰੀਆਂ। ਹੁਣ ਇਹ ਤੇ ਕਹਾਣੀ ਅਸੀਂ ਸੁਣ ਲਈ, ਬੜੀ ਦਾਅਵੇ ਨਾਲ ਸੁਣੀ ਅਸੀਂ ਸਾਖੀ, ਤੇ ਮੇਰੇ ਵਰਗੇ ਨੇ ਆਖਿਆ ਵਾਹਿਗੁਰੂ ਵਾਹਿਗੁਰੂ, ਕਰਾਮਾਤ ਹੋ ਗਈ, ਕਿਆ ਬਾਤ ਹੈ, ਨਾਨਕ ਜੀ ਨੇ ਖੇਤੀ ਹਰੀ ਭਰੀ ਕਰਤੀ। ਪਰ ਨਾਨਕ ਜੀ ਗੁਰਬਾਣੀ ਵਿੱਚ ਇਹਨੂੰ ਕੀ ਕਹਿੰਦੇ ਨੇ? ਇਹਦਾ ਮਤਲਬ ਨਾਨਕ ਜੀ ਦਾ ਜੀਵਨ ਜਿਉਣ ਦਾ ਢੰਗ ਤੇ ਉਹਨਾਂ ਦਾ ਬਾਣੀ ਦੇ ਵਿੱਚ ਜਦੋਂ ਉਹ ਪੇਪਰ ਵਰਕ ਕਰ ਰਹੇ ਨੇ, ਜਦੋਂ ਉਹ ਆਪਣੇ ਜੀਵਨ ਦਾ ਥੀਸਿਸ ਲਿਖ ਰਹੇ ਨੇ, ਉਦੋਂ ਉਹ ਗੱਲ ਹੋਰ ਕਰ ਰਹੇ ਨੇ ਤੇ ਆਪਣੇ ਜੀਵਨ 'ਚ ਕੁਝ ਹੋਰ ਕਰ ਰਹੇ। ਸਭ ਕਹਿੰਦੇ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਦੇ ਪਿੱਛੇ ਤੁਰਨਾ, ਸਿੱਧੀਆਂ ਦੇ ਪਿੱਛੇ ਤੁਰਨਾ, ਇਹ ਤੇ ਇੱਕ ਸੰਸਾਰ ਦੇ ਇੱਕ ਸਵਾਦ ਨੇ, ਇਹ ਤੋਂ ਜ਼ਿਆਦਾ ਕੁਝ ਨਹੀਂ। ਤੇ ਕੀ ਨਾਨਕ ਜੀ ਉਸ ਚੀਜ਼ ਨੂੰ ਅਪਣਾ ਸਕਦੇ ਨੇ? ਕਦੀ ਵੀ ਨਹੀਂ। ਗੱਲ ਕੀ ਹੈ? ਗੱਲ ਕੀ ਇਹਦੇ ਵਿੱਚ ਕਹਾਣੀ ਕੀ ਹੈ? ਜਿੱਦਣ ਨਾਨਕ ਜੀ ਵੇਖਦੇ ਆ ਨਾ ਮੱਝਾਂ ਚਰਦੀਆਂ ਨੇ ਤੇ ਨਾਨਕ ਜੀ ਵਾਸਤੇ ਕੋਈ ਦਾਇਰਾ ਨਹੀਂ ਹੈ, ਦੁਬਿਧਾ ਨਹੀਂ ਹੈ ਮਨ ਵਿੱਚ, ਦੋ ਭਾਵ ਨਹੀਂ ਹੈ ਕਿ ਇਹ ਮੇਰੀ ਹੈ ਤੇ ਬਗਾਨੀ ਹੈ। ਜਿਸ ਜੰਗਲ ਦੇ ਵਿੱਚ ਮਨੁੱਖ ਰਹਿੰਦਾ ਹੈ ਉਸੇ ਜੰਗਲ ਦੇ ਵਿੱਚ ਜਾਨਵਰ ਵੀ ਰਹੇ ਨੇ, ਉਸੇ ਜੰਗਲ ਵਿੱਚ ਮਨੁੱਖ ਵੀ ਰਿਹਾ ਹੈ। ਉਸੇ ਜੰਗਲ ਦੀ ਚੀਜ਼ ਦੇ ਉੱਪਰ ਮਨੁੱਖ ਦਾ ਵੀ ਹੱਕ ਹੈ, ਉਸੇ ਜੰਗਲ ਦੀ ਚੀਜ਼ ਦੇ ਉੱਪਰ ਜਾਨਵਰ ਦਾ ਵੀ ਹੱਕ ਹੈ। ਨਾਨਕ ਜੀ ਮੱਝਾਂ ਨੂੰ ਰੋਕਦੇ ਹੀ ਨਹੀਂ। ਕਿਉਂ? ਕਿਉਂਕਿ ਉਹ ਕਹਿੰਦੇ ਨੇ ਫਿਰ ਕੀ ਹੈ, ਖੇਤੀ ਹੈ ਨਾ, ਜੇ ਖਾ ਵੀ ਜਾਣਗੀਆਂ ਇਹਨਾਂ ਦਾ ਵੀ ਹੱਕ ਹੈ, ਜੇ ਖਾ ਜਾਣਗੀਆਂ ਕੀ ਹੋ ਜਾਊਗਾ। ਗੱਲ ਤੇ ਇਹ ਹੈ ਵਿੱਚ ਕਿ ਜਿਹੜੀ ਨਾਨਕ ਦੀ ਬਰਾਬਰਤਾ ਹੈ, ਜਿਹੜੀ ਨਾਨਕ ਦੇ ਸਿਧਾਂਤ ਦੇ ਵਿੱਚ ਪਵਿੱਤਰਤਾ ਹੈ, ਨਾਨਕ ਜੀ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਇੱਕ ਅਕਾਲ ਪੁਰਖ ਦੀ ਗੱਲ ਹੈ, ਤੇ ਜਿਹੜੇ ਜੀਵਨ ਤੇ ਸੁਰਤ ਵਿੱਚ ਇੱਕ ਅਕਾਲ ਪੁਰਖ ਹੋਵੇਗਾ ਨਾ, ਉਹ ਹੱਕ ਨਹੀਂ ਮਾਰੇਗਾ, ਭਾਵੇਂ ਉਹ ਜੀਵ ਦਾ ਹੋਵੇ, ਭਾਵੇਂ ਜੰਤੂ ਦਾ ਹੋਵੇ, ਭਾਵੇਂ ਕਿਸੇ ਜਾਨਵਰ ਦਾ ਹੋਵੇ, ਕਦੀ ਹੱਕ ਨਹੀਂ ਮਾਰੇਗਾ। ਜੇ ਮੈਂ ਇਹ ਧਰਮ ਦੀ ਦੁਨੀਆ ਵਿੱਚ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਪਰ ਜਾਨਵਰ ਦਾ ਵੀ ਹੱਕ ਮਾਰ ਕੇ ਬੈਠਾ ਵਾਂ ਤਾਂ ਮੈਂ ਕਦੀ ਵੀ ਅੱਗੇ ਰਾਹ ਤੇ ਨਹੀਂ ਤੁਰ ਸਕਦਾ। ਪਰ ਸਾਡੇ ਜੀਵਨ ਵਿੱਚ ਨਾਨਕ ਜੀ ਨੂੰ ਉਹ ਐਕਸਪਲੇਨ ਕਰਨ ਦੀ ਬਜਾਏ ਅਸੀਂ ਨਾਨਕ ਜੀ ਨੂੰ ਕੁਝ ਹੋਰ ਡਿਫਾਈਨ ਕਰਦੇ ਹਾਂ। ਪਰ ਨਾਨਕ ਜੀ ਜਦੋਂ ਸੁਲਤਾਨਪੁਰ ਦੀ ਧਰਤੀ ਤੱਕ ਪਹੁੰਚਦੇ ਨੇ, ਵੈਲ ਐਜੂਕੇਟਿਡ ਨੇ। ਮੋਦੀ ਖਾਨੇ ਦਾ ਕੰਮ ਕੋਈ ਆਮ ਨਹੀਂ, ਦੁਕਾਨ ਨਹੀਂ ਕੋਈ ਜਿੱਥੇ ਬੈਠਾ ਬੰਦਾ ਤਰਾਜੂ ਲੈ ਕੇ ਤੋਲੀ ਜਾਂਦਾ ਹੈ। ਡੈਟ ਇਜ਼ ਦਾ ਟਾਪ ਸਿਵਲਾਈਜੇਸ਼ਨ ਆਫਿਸ, ਜਿਹਦੇ ਵਿੱਚ ਨਾਨਕ ਜੀ ਬੈਠ ਕੇ ਤਮਾਮ ਦੁਨੀਆ ਦੇ ਆੜਤੀ ਜਿਹੜੇ ਉੱਥੇ ਪਹੁੰਚਦੇ ਨੇ, ਵੱਡੇ ਵੱਡੇ ਤਹਿਸੀਲਦਾਰ ਆਉਂਦੇ ਨੇ, ਉਹਨਾਂ ਸਾਰਿਆਂ ਦੇ ਨਾਲ ਜਿਨਸ ਦਾ ਮੇਲ ਜੋਲ ਕਰ ਰਿਹਾ। ਤੇ ਨਾਨਕ ਜੀ ਤਾਂ ਹੀ ਕਿਸਾਨ ਦੀ ਖੇਤੀਬਾੜੀ ਚੁਣਦੇ ਨੇ, ਕਿਉਂਕਿ ਨਾਨਕ ਜੀ ਨੂੰ ਨਜ਼ਰ ਆਉਂਦਾ ਕਿ ਵੀ ਕਿਸਾਨ ਦਾ ਹੱਕ ਮਾਰਿਆ ਜਾ ਰਿਹਾ। ਜਿਹੜਾ 10 ਦੀ ਕਿਰਤ ਕਮਾਈ ਕਰ ਰਿਹਾ, ਜਾ ਕੇ ਬਦਨ ਕਿਤੇ ਤੁਸੀਂ ਵੇਖੋ ਪਿੰਡੇ ਤੇ ਪਸੀਨਾ ਆ ਜਾਵੇ ਨਾ, ਜਿਮ ਵਿੱਚ ਜਾ ਕੇ ਅਸੀਂ ਨਾ ਬੌਡੀ ਤੇ ਪਸੀਨਾ ਆ ਜਾਏ ਤੇ ਫਕਰ ਮਹਿਸੂਸ ਕਰਦੇ ਹਾਂ ਵੀ ਵੇਖੋ ਜੀ ਪਸੀਨਾ ਆ ਗਿਆ ਸਾਨੂੰ। ਤੇ ਕਿਤੇ ਕਿਸਾਨ ਦਾ ਵੇਖਿਓ, ਕਿਤੇ ਜਦੋਂ ਉਹਦਾ ਐਨ ਕੁੜਤਾ ਗੜੁੱਚ ਹੋਇਆ ਹੋਵੇ ਨਾ ਤੇ ਉਹਦੇ ਚਿਹਰੇ ਦੇ ਉੱਤੇ ਉਸ ਪਸੀਨੇ ਦੀਆਂ ਝੁਰੜੀਆਂ ਜਿਹੜੀਆਂ ਨੇ ਕਿਰਨਾਂ ਡਿੱਗਦੀਆਂ ਹੋਣ, ਬੂੰਦਾਂ ਡਿੱਗਦੀਆਂ ਹੋਣ। ਤੇ ਅੱਜ ਕੱਲ੍ਹ ਦਾ ਮਾਡਰਨਿਜ਼ਮ ਜੀਵਨ ਜਿਉਣ ਵਾਲਾ ਬੱਚਾ ਪਤਾ ਕੋਈ ਦੂਰ ਰਹਿ ਮੇਰੇ ਤੋਂ, ਤੇਰੇ ਤੋਂ ਸਮੈਲ ਆਉਂਦੀ ਹੈ, ਇਹੀ ਕਹੂਗਾ ਨਾ। ਪਰ ਉਹਦਾ ਪਸੀਨਾ ਪਤਾ ਕੀ ਹੈ ਸਾਡੇ ਵਾਸਤੇ। ਜਿਹੜੇ ਅੱਜ ਅਸੀਂ ਬਾਡੀ ਦੇ ਵਿੱਚ ਸਾਡੇ ਨਿਊਟਰੋਨ, ਸਾਡੇ ਜੀਵਨ ਵਿੱਚ ਨਿਊਟ੍ਰੀਸ਼ਨ ਚੱਲ ਰਿਹਾ, ਸਾਡਾ ਫੂਡ ਚੱਲ ਰਿਹਾ, ਕੀ ਦੁਨੀਆ ਦੀ ਇੱਕ ਮਸ਼ੀਨ ਇਹੋ ਜਿਹੀ ਰੱਬ ਨੇ ਬਣਾਈ ਜਿਹਦੇ ਵਿੱਚ ਆਟਾ ਪਾ ਰਹੇ ਹਾਂ, ਚੌਲ ਪਾ ਰਹੇ ਹਾਂ, ਪੀਜੇ ਪਾ ਰਹੇ ਹਾਂ, ਜਿਹਦੇ ਵਿੱਚ ਫਰੂਟ ਪਾ ਰਹੇ ਹਾਂ, ਬਣਦਾ ਬਲੱਡ ਹੈ। ਜੇ ਕਿਸਾਨ ਨਾ ਹੋਵੇ ਤਾਂ ਦੱਸੋ ਤੁਹਾਡਾ ਬਲੱਡ ਕਿੱਥੋਂ ਬਣ ਜੂ? ਨਾਨਕ ਜੀ ਨੇ ਖੇਤੀਬਾੜੀ ਚੁਣੀ ਇਸੇ ਕਰਕੇ, ਕਿਉਂਕਿ ਜਿਹੜਾ ਬੀਜਣਾ ਜਾਣਦਾ ਵਾ ਨਾ, ਉਹੀ ਜਾਣਦਾ ਵਾ ਕਿ ਮਿਹਨਤ ਕੀ ਹੈ ਜ਼ਿੰਦਗੀ ਦੀ। ਜਿਹਨੂੰ ਬੀਜਣਾ ਨਹੀਂ ਨਾ ਆਇਆ, ਜਿਹੜਾ ਦੂਜਿਆਂ ਦੀ ਕਮਾਈ ਤੇ ਹਿੱਸੇ ਰੱਖ ਕੇ ਖਾਊਗਾ, ਉਹ ਕਾਮਯਾਬ ਨਹੀਂ ਹੋ ਸਕਦਾ। ਨਾਨਕ ਜੀ ਨੇ ਪਹਿਲੀ ਗੱਲ ਇਹ ਕੀਤੀ, ਪਹਿਲਾਂ ਬੀਜਣਾ ਜਾਣ, ਮਨ ਹਾਲੀ ਕਿਰਸਾਨੀ ਕਰਨੀ। ਆਪਣੇ ਮਨ ਉੱਤੇ ਬੀਜ ਬੀਜਣਾ ਸਿੱਖ, ਕਿਉਂਕਿ ਜਿਹੜਾ ਬੀਜਣਾ ਜਾਣਦਾ ਹੈ ਉਹੀ ਵੱਢੂਗਾ। ਤੇ ਕਮਾਲ ਦੀ ਗੱਲ ਆ, ਅੱਜ ਨਾਨਕ ਜੀ ਖੇਤਾਂ ਦੇ ਵਿੱਚ ਹਲ ਚਲਾਉਂਦੇ ਨੇ, ਖੇਤੀਬਾੜੀ ਦੇ ਕੰਮ ਦੇ ਵਿੱਚ ਸਾਥ ਦੇ ਰਹੇ ਨੇ। ਤੇ ਤੁਸੀਂ ਦੇਖੋ ਜਿੱਦਣ ਭਾਈ ਲਹਿਣੇ ਦੇ ਨਾਲ ਨਾਨਕ ਦੀ ਮੁਲਾਕਾਤ ਹੁੰਦੀ ਹੈ ਤੇ ਨਾਨਕ ਦਾ ਵੀ ਕੁੜਤਾ ਜਿਹੜਾ ਪਸੀਨੇ ਨਾਲ ਭਿੱਜਿਆ ਹੋਊਗਾ ਪੂਰਾ,
ਸੋਚੋ ਖਾਂ ਕਿਤੇ ਪੂਰਾ ਕੁੜਤਾ ਪਸੀਨੇ ਨਾਲ ਭਿੱਜਿਆ ਹੋਊਗਾ, 2 ਬਲਦ ਹੱਥ ਵਿੱਚ ਫੜੇ ਹੋਣਗੇ, ਤੇ ਲਹਿਣੇ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਉਦੋਂ ਨਾਨਕ ਤੇ ਕਿਸਾਨ ਰੂਪ ਦੇ ਵਿੱਚ ਹੈ। ਬਾਬਾ ਥੋੜੀ ਬੈਠਾ ਚਿਮਟੇ ਵਜਾ ਰਿਹਾ ਸੀ ਜਿਵੇਂ ਅੱਜ ਸਾਧਾਂ ਦੇ ਲਾਣੇ ਵੱਡੇ ਵੱਡੇ ਵਜਾਉਂਦੇ ਆ। ਸਾਨੂੰ ਉਹ ਚੰਗੇ ਲੱਗਦੇ ਆ। ਮੇਰੇ ਵਰਗੇ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਵੇ, ਧੜ ਧੜ ਕਰਦਾ, ਚਿੱਟੀ ਜੁੱਤੀ ਪਾਈ ਹੋਵੇ, ਚਿੱਟਾ ਸਿਰ ਦੇ ਉੱਤੇ ਦਮਾਲਾ ਬੰਨਿਆ ਹੋਵੇ, ਹੱਥ ਵਿੱਚ ਕਾਟਨ ਦੀ ਚਿੱਟੀ ਮਾਲਾ ਪਾਈ ਹੋਵੇ, ਘੜੀ ਵੀ ਚਿੱਟੇ ਰੰਗ ਦੀ ਬੰਨੀ ਹੋਵੇ, ਜਾਓ ਖਾਂ ਕਿਤੇ ਮੈਨੂੰ ਆਪਣੇ ਆਪ ਹੀ ਮੇਰੇ ਆਲੇ ਦੁਆਲੇ ਲੋਕਾਂ ਨੇ ਨਮਸਕਾਰਾਂ ਕਰੀ ਜਾਣੀਆਂ, ਮੈਨੂੰ ਕਹਿਣ ਦੀ ਲੋੜ ਹੀ ਕੋਈ ਨਹੀਂ। ਪਰ ਜੇ ਮੇਰੇ ਜੀਵਨ ਦੇ ਵਿੱਚ ਮੇਰੇ ਚਿੱਟੇ ਕੱਪੜਿਆਂ ਦੀ ਬਜਾਏ ਮੇਰੀ ਮਿਹਨਤ ਦੇ ਕੱਪੜੇ ਹੋਣਗੇ, ਮੈਨੂੰ ਕੋਈ ਨਹੀਂ ਪਸੰਦ ਕਰੂਗਾ। 10 ਦੀ ਕਿਰਤ ਕਮਾਈ ਕਰਦਾ ਹੋਵਾਂਗਾ, ਪਾਟੇ ਕੱਪੜੇ ਹੋਣਗੇ ਮੇਰੇ, ਤੇ ਮੈਂ ਆਖਾਂ ਵੀ ਮੈਂ ਨਾਨਕ ਦੀ ਗੱਲ ਕਰਨੀ ਹੈ, ਤੇ ਮਾਫ ਕਰਨਾ ਮੈਨੂੰ ਟਾਈਮ ਵੀ ਨਹੀਂ ਦਿੱਤਾ ਜਾਊਗਾ। ਮੇਰੇ ਅੰਦਰੋਂ ਮੇਰੀ ਮਿਹਨਤ ਦੀ ਖੁਸ਼ਬੂ ਨਹੀਂ ਵੇਖੀ ਜਾਊਗੀ। ਪਰ ਨਾਨਕ ਜੀ ਕਹਿੰਦੇ ਗੱਲ ਉਹ ਕਰ ਸਕਦਾ ਲਾਲੋ ਜੇ ਤੂੰ ਕਿੱਲੇ ਘੜਨਾ ਘੜਦਾ ਆਪਣੇ ਆਪ ਨੂੰ ਘੜੇ, ਤਾਂ ਤੂੰ ਗੱਲ ਕਰੇਂਗਾ। ਨਾਨਕ ਜੀ ਨੂੰ ਕੀ ਲੋੜ ਪਈ ਸੀ, ਹੋਰ ਬੜਾ ਲੋਕੀ ਸਨ, ਪਰ ਨਾਨਕ ਜੀ ਨੇ ਇਹ ਸਿੱਖ ਲਿਆ ਸੀ, ਸਮਾਜ ਨੂੰ ਬੜੀ ਨੀਤੀ ਬਰੀਕੀ ਨਾਲ ਵੇਖ ਲਿਆ ਸੀ। ਇੱਕ ਹੁੰਦੇ ਨੇ ਫੋਲੋਵਰਸ, ਇੱਕ ਹੁੰਦੇ ਨੇ ਜਿਹਨੂੰ ਫੋਲੋ ਕਰਦੇ ਨੇ। ਨਾਨਕ ਜੀ ਨੇ ਆਖਿਆ ਫੋਲੋਵਰਸ ਨੂੰ ਬਦਲਣ ਦੀ ਲੋੜ ਨਹੀਂ, ਵੇਸਿਸ ਆਫ ਟਾਈਮ ਹੈ। ਤੁਸੀਂ ਕਿਸੇ ਸਾਧ ਦੇ ਚਮਚਿਆਂ ਨੂੰ ਬਦਲਣਾ ਚਾਲੂ ਕਰੋ, ਕਦੀ ਨਹੀਂ ਬਦਲੇ ਜਾਣਗੇ। ਕਿਸੇ ਸੰਸਥਾ ਦੇ ਅਨੁਯਾਈਆਂ ਨੂੰ ਬਦਲਣਾ ਚਾਲੂ ਕਰੋ, ਕਦੀ ਨਹੀਂ। ਸਾਡੇ ਬਾਬਾ ਜੀ ਨੇ ਐਵੇਂ ਕੀਤਾ ਜੀ, ਬਸ ਦੈਟਸ ਇਟ। ਨਾਨਕ ਜੀ ਕਹਿੰਦੇ ਇਹਨਾਂ ਨੇ ਇੱਥੇ ਹੀ ਰਹਿਣਾ ਹੈ, ਕਿਉਂ ਨਾ ਇਹਨਾਂ ਦਾ ਬਾਬਾ ਹੀ ਬਦਲ ਦਿਓ। ਜਿੰਨੀ ਨਾਨਕ ਦੀ ਵਿਚਾਰ ਚਰਚਾ ਤੁਸੀਂ ਪੜ੍ਹ ਲਓ ਬਾਣੀ ਦੇ ਵਿੱਚ, ਕਿਤੇ ਵੇਸਿਸ ਆਫ ਟਾਈਮ ਨਹੀਂ ਹੈ, ਕਿਤੇ ਉਹਨਾਂ ਫੋਲੋਵਰਸ ਦੇ ਉੱਪਰ ਸਮਾਂ ਲਾਉਣ ਦਾ ਟਾਈਮ ਨਹੀਂ ਹੈ ਜਿਹੜੇ ਲੋਕੀ ਬੈਠੇ ਨੇ ਇੱਕ ਭੇਡ ਚਾਲ ਦੇ ਵਿੱਚ। ਨਾ, ਨਾਨਕ ਜੀ ਕਹਿੰਦੇ ਵੇਸਿਸ ਆਫ ਟਾਈਮ। ਤੇ ਨਾਨਕ ਜੀ ਜਦੋਂ ਸਮਾਂ ਚੁਣਦੇ ਨੇ, ਕਿੱਥੇ ਚੁਣਦੇ ਨੇ? ਪਹਿਲੀਆਂ ਉਦਾਸੀਆਂ ਕਿੱਧਰ ਰੱਖਦੇ ਨੇ? ਸਿੱਧਾ ਪਹੁੰਚ ਜਾਂਦੇ ਹਰਿਦੁਆਰ ਤੇ, ਕਿਉਂਕਿ ਪਤਾ ਹੈ ਉੱਥੇ ਗੱਲ ਕਰਨ ਦਾ ਫਾਇਦਾ ਹੈ ਉਹਨਾਂ ਦੇ ਗੜ੍ਹ ਦੇ ਵਿੱਚ, ਜਿੱਥੇ ਜਾ ਕੇ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਸਾਹਮਣੇ ਗੱਲ ਕਰਾਂਗੇ ਤਾਂ ਗੱਲ ਤੁਰੂਗੀ। ਨਾਨਕ ਜੀ ਨੇ ਇਸ ਕਰਕੇ ਪ੍ਰਮੁੱਖ ਲੋਕ ਚੁਣੇ, ਸਿੱਧਾਂ ਨੂੰ ਚੁਣਿਆ। ਨਾਨਕ ਜੀ ਨੇ ਬਗਦਾਦ ਦੀ ਧਰਤੀ ਉੱਤੇ ਜਾ ਕੇ ਟੌਪ ਕਲਾਸ ਕਾਜ਼ੀਆਂ ਦੇ ਨਾਲ, ਤੁਸੀਂ ਕੀ ਸੋਚਦੇ ਹੋ ਕਿ ਕਾਜ਼ੀਆਂ ਨਾਲ ਡਿਬੇਟ ਕਰਨ ਦਾ ਅੱਜ ਮਾਦਾ ਹੈ ਸਾਡੇ ਸਿੱਖਾਂ ਦੇ ਕੋਲ? ਅਸੀਂ ਵਿਦਵਾਨ ਪੈਦਾ ਕੀਤੇ ਆ, ਪਰ ਸਿੱਖ ਨਹੀਂ ਜੇ ਪੈਦਾ ਕੀਤੇ, ਮਾਫ ਕਰ ਦਿਓ। ਤੇ ਵਿਦਵਾਨ ਵੀ ਉਹ ਜਿਹੜੇ ਮੇਰੇ ਵਰਗੇ ਨੇ, ਆਪ ਆਪਣੀਆਂ ਮਰਜ਼ੀਆਂ ਦੇ ਨਾਲ ਗੱਲ ਕਰਨ ਵਾਲੇ। ਪ੍ਰਿੰਸੀਪਲ ਗੰਡਾ ਸਿੰਘ ਵਰਗਿਆਂ ਦਾ ਕਿਤੇ ਜੀਵਨ ਪੜ੍ਹੋ, ਗਿਆਨੀ ਦਿੱਤ ਸਿੰਘ, ਗੁਰਮੁਖ ਸਿੰਘ, ਪੰਥ ਚੋਂ ਪਹਿਲੇ ਛੇਕੇ ਗਏ 2 ਨੌਜਵਾਨ, ਪੰਥ ਚੋਂ ਪਹਿਲੇ ਛੇਕੇ ਗਏ। ਪਹਿਲੀ ਵਾਰੀ ਜਿਹੜੀ ਪੰਥ ਚੋਂ ਛੇਕਣ ਦੀ ਪ੍ਰਕਿਰਿਆ ਚੱਲੀ, ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ। ਉਸ ਤੋਂ ਬਾਅਦ ਭੇਡ ਚਾਲ ਚੱਲੀ ਜੇ ਪੰਥ ਨੂੰ ਛੇਕਣ ਦੀਆਂ ਗੱਲਾਂ ਜਿਹੜੀਆਂ ਤੁਰੀਆਂ। ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਕਿਉਂ ਪੰਥ ਚੋਂ ਛੇਕੇ ਗਏ? ਕਦੀ ਪੜ੍ਹਿਆ ਜੇ ਕਦੀ ਉਹਨਾਂ ਦੀ ਕਿਤਾਬਾਂ? ਕਿਤੇ ਪੜ੍ਹ ਕੇ ਵੇਖਿਓ ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਨੂੰ, ਤੁਹਾਨੂੰ ਦੱਸਣਗੇ ਪ੍ਰਚਾਰ ਕਿਵੇਂ ਕਰੀਦਾ ਹੈ, ਤੁਹਾਨੂੰ ਦੱਸਣਗੇ ਸਿੱਖੀ ਕਿਵੇਂ ਕਮਾਈ, ਸਿੱਖੀ ਦਾ ਸਿਧਾਂਤ ਕਿਵੇਂ ਦੱਸੀਦਾ ਹੈ। ਸਾਧੂ ਦਇਆਨੰਦ ਦੇ ਨਾਲ ਜਾ ਕੇ ਟੱਕਰ ਲੈਣੀ, ਟੇਬਲ ਤੇ ਬਹਿ ਕੇ ਡਿਬੇਟ ਕਰਨੀ, ਤੇਰੇ ਨਾਲ ਬਹਿ ਕੇ ਗੱਲ ਕਰਨੀ ਹੈ। ਤੂੰ ਗੱਲਾਂ ਜਿਹੜੀਆਂ ਕਰਦਾ ਤੇਰੇ ਸਾਹਮਣੇ ਬਹਿ ਕੇ ਗੱਲ ਕਰਨੀ ਹੈ। ਭਾਈ ਕਾਹਨ ਸਿੰਘ ਨਾਭੇ ਵਰਗੇ ਪੁਸਤਕ ਇੱਕ ਲਿਖਦੇ ਨੇ, ਹਮ ਹਿੰਦੂ ਨਹੀਂ। ਕਦੀ ਪੜ੍ਹੀ ਜੇ ਪੁਸਤਕ? ਕਦੀ ਕਿਤੇ ਤੁਸੀਂ ਪੜ੍ਹ ਕੇ ਦੇਖੋ, ਕਿਤੇ ਇੱਕ ਪੂਰਾ ਇੱਕ ਡਾਕੂਮੈਂਟੇਸ਼ਨ ਕਰ ਦੇਣੀ, ਇੱਕ ਪੂਰੀ ਅੱਜ ਵੀ ਡੇਟ ਦੇ ਵਿੱਚ। ਜੇ ਤੁਸੀਂ ਕਿਸੇ ਨੂੰ ਜਵਾਬ ਦੇਣਾ ਹੋਵੇ ਨਾ, ਤੁਸੀਂ ਆਪਣੀ ਪਰਸਨੈਲਿਟੀ ਬਾਰੇ ਦੱਸਣਾ ਹੋਵੇ, ਤੇ ਮੇਰੇ ਖਿਆਲ 'ਚੋਂ ਪੁਸਤਕ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜੂ ਵੀ ਅਸੀਂ ਹੈ ਕੌਣ ਆ। ਪਰ ਤੁਹਾਨੂੰ ਅੱਜ ਜਿਹੜੀ ਡੇਟ ਦੇ ਵਿੱਚ ਜਿਹੜੀ ਨਜ਼ਰ ਆਉਣਗੇ ਨਾ ਕੰਮ, ਉਹ ਸਾਰੇ ਅਸੀਂ ਕਰਦੇ ਨਜ਼ਰ ਆਵਾਂਗੇ। ਹੁਣ ਨਾਨਕ ਜੀ ਜਦੋਂ ਸਿੱਧਾਂ ਦੇ ਨਾਲ ਵਿਚਾਰ ਗੋਸ਼ਟੀ ਕਰ ਰਹੇ, ਨਾਨਕ ਜੀ ਦੀਆਂ 4 ਗੋਸ਼ਟੀਆਂ ਨੇ ਲਗਾਤਾਰ। ਇੱਕ ਸੁਮੇਰ ਪਰਬਤ ਤੇ, ਜਿਹੜੀ ਸੁਮੇਰ ਪਰਬਤ ਤੇ ਜਿਹੜੀ ਵਿਚਾਰ ਗੋਸ਼ਟੀ ਹੈ ਉਹ ਸਿੱਧ ਗੋਸ਼ਟ ਨਹੀਂ ਹੈ, ਉਹ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੀ ਜੋਗੀਆਂ ਦੇ ਨਾਲ ਵਿਚਾਰ ਗੋਸ਼ਟੀ ਹੈ, ਜਿਹੜੇ ਉਸ ਕਲੰਦਰਾਂ ਦੇ ਵਿੱਚ ਬੈਠੇ ਨੇ। ਜਦੋਂ ਸਤਿਗੁਰੂ ਪਾਤਸ਼ਾਹ ਨਾਲ ਸ਼ਬਦ ਕਰਦੇ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੂੰਡ ਮੰਡਾਈ ਹੈ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਇਹ ਸਾਰੇ ਦਾ ਸਾਰਾ ਸ਼ਬਦ ਸੁਮੇਰ ਪਰਬਤ ਤੇ ਹੈ। ਉਹ ਜਿਹੜੀਆਂ ਪਹਾੜ ਦੀਆਂ ਕਲੰਦਰਾਂ ਵਿੱਚ ਬੈਠੇ ਨੇ, ਜਿਹੜੇ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਕਹਿੰਦੇ ਤੂੰ ਸਾਡੇ ਕੋਲ ਪਹੁੰਚਿਆ ਕਿਵੇਂ ਆ? ਜਿਹਦੇ ਵਿੱਚ ਭਾਈ ਗੁਰਦਾਸ ਜੀ ਪਹਿਲੀ ਗੱਲ ਕਰਦੇ ਨੇ, ਸਿੱਧ ਪੁੱਛਣ ਸੁਣ ਨਾਨਕਾ, ਜਗਤ ਵਿੱਚ ਕੀ ਚੱਲ ਰਿਹਾ, ਮਾਤ ਲੋਕ ਵਿੱਚ ਕੀ ਬਣਦਾ ਪਿਆ, ਸਾਨੂੰ ਦੱਸ ਤਾਂ ਸਹੀ।
ਤੇ ਨਾਨਕ ਜੀ ਉਹਨਾਂ ਦੇ ਵਿਚਾਰਾਂ ਦੇ ਜਵਾਬ ਦਿੰਦੇ ਨੇ। ਦੇਖੋ, ਉਹ ਨਾਨਕ ਜੀ ਨੂੰ ਬਾਲਾ ਤੱਕ ਕਹਿੰਦੇ ਨੇ, ਉਦੋਂ ਬੱਚਿਆ ਜਾਣਦੇ ਤੇਰੀਆਂ ਗੱਲਾਂ, ਉਹ ਬਾਲਕਿਆਂ ਤੂੰ ਮੇਰੇ ਸਾਹਮਣੇ। ਪਰ ਪੇਸ਼ੈਂਸ ਕਿੰਨੀਆਂ ਨੇ ਨਾਨਕ ਦੇ ਵਿੱਚ, ਉਹ ਪੇਸ਼ੈਂਸ ਦੀ ਗੱਲ ਹੈ। ਸਿੱਧ ਗੋਸ਼ਟ ਤੁਸੀਂ ਜਪਜੀ ਸਾਹਿਬ ਦੇ ਵਿੱਚ ਇੱਕ ਪੌੜੀ ਪੜ੍ਹਦੇ ਆ, ਕਿਹੜੀ ਪੌੜੀ ਆ? ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ। ਹੁਣ ਇਸ ਪੌੜੀ ਦੇ ਅਰਥ ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਰੋਜ਼ ਨਿਤਨੇਮ ਕਰਦੇ ਹਾਂ। ਉਮਰਾਂ ਲੰਘ ਚੱਲੀਆਂ ਨੇ। ਮੈਂ ਕਿਸੇ ਨੂੰ ਜੇ ਕੋਈ ਦੱਸ ਦੇਵੇ ਤੇ ਬੜੀ ਰਹਿਮਤ ਹੋਊਗੀ, ਜੇ ਕਿਸੇ ਨੂੰ ਇਹ ਬਾਰੇ ਸਮਝ ਹੋਵੇ, ਪਰ ਮਾਫ ਕਰਨਾ ਅਸੀਂ ਉਹਦੇ ਵਿੱਚ ਸਮਝੇ ਨਹੀਂ ਗੱਲ ਕੀ ਕਹਿ ਰਹੇ ਨਾਨਕ ਜੀ। ਹੁਣ ਨਾਨਕ ਜੀ ਗੱਲ ਕਰ ਰਿਹਾ ਮੁੰਦਰਾਂ ਦੀ, ਤੇ ਤੁਸੀਂ ਵੇਖੋ ਜੋਗੀ ਪਾ ਰਿਹਾ ਕੰਨ ਪਾੜ ਕੇ ਮੁੰਦਰਾਂ ਪਾ ਰਿਹਾ। ਤੇ ਜਿਹੜੇ ਪਿੰਡਾਂ 'ਚ ਰਹੇ ਹੋਣਗੇ, ਆਪਣੇ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ ਦਰਵਾਜ਼ਿਆਂ ਦੇ ਉੱਤੇ ਅਲਖ ਜਗਾਉਣ, ਉਹਨਾਂ ਨੇ ਕੰਨ ਇੱਕ ਤੇ ਹੁੰਦਾ ਨਾ ਸੁਰਾਖ ਕਰਕੇ ਕੰਨ ਵਿੱਚ ਮੁੰਦਰ ਪਾਉਣੀ। ਆ ਜਿਹੜੇ ਮੁੰਡਿਆਂ ਨੌਜਵਾਨਾਂ ਨੂੰ ਸ਼ੌਂਕ ਆ ਸੋਨੇ ਦੀਆਂ ਮੁੰਦਰਾਂ ਕੰਨ 'ਚ ਪਾ ਲੈਣੀਆਂ, ਉਹ ਇੱਕ ਸ਼ੌਂਕ ਆ। ਪਰ ਜਿਹੜੇ ਜੋਗੀ ਪਾਉਂਦੇ ਸੀ ਨਾ, ਉਹ ਪੂਰਾ ਕੰਨ ਪਾੜ ਲੈਂਦੇ ਸੀ, ਪਾੜ ਕੇ ਕੰਨ ਵੱਡਾ ਹੋਲ ਕਰਕੇ ਵਿੱਚ ਕੱਚ ਦੀ ਮੁੰਦਰ ਪਾ ਲੈਂਦੇ ਸੀ, ਜਿਹਨੂੰ ਰਾਂਝੇ ਦੇ ਨਾਲ ਵੀ ਜੋੜਿਆ ਗਿਆ। ਹੁਣ ਨਾਨਕ ਜੀ ਜਦੋਂ ਉਹਨਾਂ ਨਾਲ ਵਿਚਾਰ ਚਰਚਾ ਕਰ ਰਹੇ ਆ ਨਾ, ਉਹ 'ਚ ਪਤਾ ਕੀ ਕਹਿੰਦੇ ਨੇ? ਕਹਿੰਦੇ ਮੁੰਦਰਾਂ ਤੇ ਮੇਰੇ ਕੋਲ ਵੀ ਨੇ। ਉਹ ਕਹਿੰਦੇ ਨਾਨਕ ਜੀ ਅਸੀਂ ਤੇ ਕੰਨ 'ਚ ਮੁੰਦਰਾਂ ਪਾਉਂਦੇ, ਕੰਨ ਪਾੜਦੇ ਅਸੀਂ। ਤੇ ਨਾਨਕ ਜੀ ਕਹਿੰਦੇ ਮੁੰਦਾ ਸੰਤੋਖ। ਤੁਸੀਂ ਸੋਚੋ ਕਿਤੇ, ਨਾਨਕ ਜੀ ਨੂੰ ਸੋਚੋ, ਸਮਝੋਗੇ ਨਾ ਨਾਨਕ ਜੀ ਨੂੰ, ਪਰਸਨੈਲਿਟੀ ਨਾਨਕ ਜੀ ਦੀ ਵੇਖੋਗੇ, ਆਸ਼ਿਸ਼ ਕਰ ਉਠੋਗੇ, ਉਦੋਂ ਨਿਕਲੂ ਵਾਹਿਗੁਰੂ। ਆ ਐਵੇਂ ਲਾਈਟਾਂ ਬੰਦ ਕਰ ਕਰਕੇ ਵਾਹਿਗੁਰੂ ਨਹੀਂ ਨਿਕਲਣਾ, ਇਹ ਤਾਂ ਢੋਂਗ ਗਿਆ। ਲਾਈਟਾਂ ਬੰਦ ਕਰਕੇ ਚੌਂਕੜੇ ਮਾਰ ਕੇ ਉੱਚੀ ਉੱਚੀ ਗੁਰੂ ਗੁਰੂ ਕਰੀ ਜਾਣਾ, ਪਰ ਕਿਰਦਾਰ ਜੀਵਨ ਵਿੱਚ ਇਕਾਨੇ ਦਾ ਨਾ ਹੋਵੇ, ਤੇ ਉਦੋਂ ਕੀ ਕਰਾਂਗੇ ਅਸੀਂ? ਨਾਨਕ ਜੀ ਕਹਿੰਦੇ ਮੈਂ ਦੱਸਦਾ ਕੀ ਹੁੰਦਾ ਹੈ ਵਾਹਿਗੁਰੂ। ਸੰਤੋਖ ਦੀ ਮੁੰਦਰ ਕਹਿੰਦੇ ਮੈਂ ਕੰਨ 'ਚ ਪਾਈ ਹੈ। ਕੰਨ ਵਿੱਚ ਸੰਤੋਖ ਦੀਆਂ ਮੁੰਦਰਾਂ ਦਾ ਕੀ ਐਕਸਪਲੇਨੇਸ਼ਨ ਆ? ਦੱਸੋ, ਸੋਚੋ ਕਿਤੇ ਕੀ ਐਕਸਪਲੇਨੇਸ਼ਨ ਆ? ਤੁਸੀਂ ਰੋਜ਼ ਪੜ੍ਹਦੇ ਹੋ ਕਿ ਕੰਨ ਵਿੱਚ ਇੱਕ ਸੰਤੋਖ ਦੀ ਮੁੰਦਰ ਪਾਈ ਹੈ। ਬੰਦਾ ਜਦੋਂ ਵਿਚਲਤ ਹੁੰਦਾ ਨਾ, ਕੰਨਾਂ ਤੋਂ ਸੁਣ ਕੇ ਵਿਚਲਤ ਹੁੰਦਾ। ਚੰਗਾ ਭਲਾ ਬੰਦਾ ਕੰਮ ਕਰ ਰਿਹਾ, ਕੋਈ ਕਿਸੇ ਨੇ ਕਹਿਤਾ ਤੇਰੇ ਕਿੰਨੇ ਬਣਦੇ ਨੇ ਮਹੀਨੇ ਤੇ, ਉਹ ਕਹਿੰਦਾ ਮੈਂ ਬੜਾ ਵਧੀਆ 3000 ਬਣਾਉਂਦਾ। ਉਹ ਜਾ ਪਰੇ, ਮੈਂ ਕੰਮ ਕਰਦਾ, ਮੈਂ ਤੇ 8000 ਬਣਾਉਣਾ। ਸੁਣਿਆ ਕਿੱਥੋਂ? ਕੰਨਾਂ ਤੋਂ। ਹੁਣ ਉਸ ਕੰਨਾਂ ਤੋਂ ਸੁਣੀ ਹੋਈ ਗੱਲ ਨੇ ਡਿਸਟਰਬ ਕਰ ਦਿੱਤਾ। ਜਿਹੜਾ ਰੋਜ਼ ਪਹਿਲਾਂ 3000 ਵਿੱਚ ਸੰਤੋਖੀ ਸੀ ਨਾ, ਅੱਜ ਨਹੀਂ ਉਹ ਸੰਤੋਖੀ। ਅੱਜ ਉਹਦੇ ਜਿਹੜੇ ਮੇਰੇ ਨਾਲ ਖੁਦ ਵਰਤੀਆਂ ਜੀ ਗੱਲਾਂ ਆ। ਮੈਂ ਹੁਣ ਟਰੱਕਿੰਗ ਲਾਈਨ 'ਚ ਆਇਆ ਨਵਾਂ। ਪਹਿਲਾਂ ਮੈਂ ਗੁਰੂ ਘਰ ਸੇਵਾ ਕਰਦਾ ਸੀ ਬਰਾੜਸ਼ਾਹ, ਪਰ ਚਲੋ ਉਹ ਤੋਂ ਬਾਅਦ ਇਹ ਸੀ ਵੀ ਕਿਰਤ ਕਰਨੀ ਹੈ। ਮੈਂ ਵੀ ਇਸ ਲਾਈਨ 'ਚ ਇੱਕਦਮ 25 ਸਾਲ ਜਿਹੜੀ ਲਾਈਨ ਦੇ ਵਿੱਚ ਜੀਵੀ, ਉਹ 'ਚੋਂ ਇੱਕਦਮ ਲਾਈਨ ਚੇਂਜ ਕੀਤੀ। ਵੀਰ ਜੀ ਨਿਰਮਲ ਸਿੰਘ ਜੀ ਬੈਠੇ ਨੇ ਸਾਹਮਣੇ, ਇਹਨਾਂ ਨੇ ਵੀ ਇੱਧਰ ਤੁਰੇ ਹੋਣਗੇ। ਤੁਸੀਂ ਜਦੋਂ ਪਹਿਲੇ ਮਹੀਨੇ ਕੰਮ ਕਰਦੇ ਆ ਨਾ, ਤੁਹਾਡੇ ਕੰਨਾਂ 'ਚ ਇੱਕ ਗੱਲ ਪਾਈ ਜਾਂਦੀ ਹੈ, ਬਾਬਾ ਜੀ ਛੱਡੋ ਪਰੇ, $8000 ਬਣਦਾ ਜੀ ਈਸਟ ਤੇ। ਹੁਣ ਮੇਰੇ ਵਰਗਾ ਤੇ ਭਟਕ ਜਾਂਦਾ, ਯਾਰਾ ਕਿੱਧਰ ਮੈਂ ਤੁਰਿਆ ਫਿਰਦਾ, ਮੈਂ 8000 ਕਮਾਉਣਾ। ਫਿਰ ਕੀ ਹੁੰਦਾ? ਫਿਰ ਤੁਹਾਡੀ ਕਨਸੈਂਟਰੇਸ਼ਨ, ਐਂਜ਼ਾਈਟੀ, ਜਿਹਨੂੰ ਐਂਜ਼ਾਈਟੀ ਕਹਿੰਦੇ ਨਾ, ਐਕਸਪਲੇਨੇਸ਼ਨ, ਡਿਪਰੈਸ਼ਨ, ਐਂਜ਼ਾਈਟੀ, ਹਾਰਟ ਦਾ ਬੀਟ ਦਾ ਵੱਧ ਜਾਣਾ। ਇਹ ਕੰਨਾਂ ਤੋਂ ਸੁਣ ਕੇ ਟਰੱਕ ਚਲਾ ਰਹੇ ਆ ਤੁਸੀਂ, ਤੁਹਾਡੇ ਦਿਮਾਗ ਵਿੱਚ ਬਾਰ-ਬਾਰ ਪੈ ਰਹੇ, ਯਾਰ ਮੈਂ ਇੰਨੀ ਮਿਹਨਤ ਕਰਕੇ 3000 ਕਮਾਵਾਂ, ਉਹ 8000 ਕਮਾਉਂਦਾ, ਕਿਉਂ ਨਾ ਮੈਂ ਦੂਜੀ ਕੰਪਨੀ ਲੱਭ ਲਵਾਂ, 8000 ਵਾਲੀ 'ਚ ਜਾਵਾਂ। ਪਰ ਜੇ ਉੱਥੇ ਸੰਤੋਖ ਨਹੀਂ ਹੈ, ਨਹੀਂ ਆ ਮੇਰੇ ਵਰਗੇ, ਮੈਂ ਆਪਣੀ ਪ੍ਰੈਕਟੀਕਲ ਗੱਲ ਕਰਦਾ, ਮੈਂ ਆਪਣੀ ਪ੍ਰੈਕਟਿਸ ਦੀ ਗੱਲ ਕਰਦਾ। ਮੈਂ ਖੁਦ ਜੰਗ ਲੜ ਰਿਹਾ ਆਪਣੇ ਆਪ ਨਾਲ, ਬਿਲਕੁਲ ਹਕੀਕੀ ਸਾਜੇ। ਕਥਾ ਕਰਨੀ ਡਿਫਰੈਂਟ ਮੈਟਰ ਆ, ਪਰ ਜਦੋਂ ਤੁਸੀਂ ਇੱਕ ਪ੍ਰੈਕਟੀਕਲ ਇੱਕ ਸਟੇਜ ਦੇ ਉੱਤੇ ਇੱਕ ਪਲੇਟਫਾਰਮ, ਇੱਕ ਗਰਾਊਂਡ ਲੈਵਲ ਤੋਂ ਆਪਣਾ ਜੀਵਨ ਚਾਲੂ ਕਰਦੇ ਆ ਨਾ, ਉਸ ਸਮੇਂ ਜਿਹੜੇ ਲੋਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਉਂਦੇ ਨੇ, ਜਿਹੜੇ ਵੇਖਣ ਨੂੰ ਬੜੇ ਚਿਹਰੇ ਗੁਰਮੁਖਤਾਈ ਦੇ, ਜਿਹੜੇ ਕੱਲ ਤੱਕ ਤੁਹਾਡੇ ਨਾਲ ਖਲੋਤੇ ਹੁੰਦੇ ਨੇ, ਭਾਈ ਸਾਹਿਬ ਜੀ ਗੱਲ ਤੇ ਕਰੋ, ਅਸੀਂ ਤੁਹਾਡੇ ਨਾਲ ਖਲੋਤੇ ਆ। ਜਦੋਂ ਤੁਹਾਡੇ ਨਾਲ ਖਲੋਣ ਦੀ ਲੋੜ ਪੈਂਦੀ ਨਾ, ਉਹ ਸਾਰੇ ਹੌਲੀ ਹੌਲੀ ਕਰਕੇ ਪਾਸੇ ਖੜ ਜਾਂਦੇ ਨੇ ਤਮਾਸ਼ਾ ਵੇਖਣ ਲਈ। ਹੁਣ ਵੇਹਨੇ ਆ ਵਾਪਸ ਆਉਂਦਾ ਕਿ ਨਹੀਂ ਆਉਂਦਾ, ਹੁਣ ਵੇਹਨੇ ਆ ਕਿ ਵਾਪਸ ਆਉਂਦਾ ਕਿ ਨਹੀਂ ਆਉਂਦਾ। ਫਿਰ ਅਸੀਂ ਆਪਣੇ ਅੰਕੜਿਆਂ ਤੇ ਰੱਖਾਂਗੇ। ਫਿਰ ਜਦੋਂ ਆਪਣੇ ਅੰਕੜਿਆਂ ਤੇ ਰੱਖਦੇ ਆ, ਫਿਰ ਨਾਲ ਇਸ ਗੱਲ ਦੀ ਡਿਸਕਸ਼ਨ ਵੀ ਕਰਦੇ ਆ, ਭਾਈ ਸਾਹਿਬ ਜੀ ਤੁਸੀਂ ਕਥਾ ਵੀ ਕਰੋ, ਕੋਈ ਗੱਲ ਹੀ ਨਹੀਂ, ਪਰ ਕੰਮ ਸਾਡੇ ਕੋਲ ਕਰੋ। ਵੀ ਬੰਦਾ ਪੁੱਛੇ ਤੁਸੀਂ ਗੁਰਦੁਆਰੇ ਵੀ ਗੁਲਾਮ ਬਣਾ ਕੇ ਰੱਖੋ ਤੇ ਕੰਮ ਤੇ ਵੀ ਗੁਲਾਮ ਬਣਾ ਕੇ ਰੱਖੋ, ਪਰ ਇਹ ਕਿੱਥੋਂ ਪਿਆ? ਕੰਨਾਂ ਤੋਂ। ਗੁਰੂ ਨਾਨਕ ਸਾਹਿਬ ਕਹਿੰਦੇ ਸੰਤੋਖ ਦੀਆਂ ਮੁੰਦਰਾਂ ਪਾਲਾ ਕੰਨ 'ਚ। ਲੋਕੀ ਕੀ ਕਹਿੰਦੇ ਨੇ, ਡਜ਼ਨਟ ਮੈਟਰ, ਤੂੰ ਕੀ ਕਰ ਰਿਹਾ,
ਤੂੰ ਕੀ ਆ, ਆਪ ਸਵਾਰੇ ਮੈਂ ਮਿਲੇ, ਤੂੰ ਆਪਣੇ ਆਪ ਨੂੰ ਲੱਭ, ਤੂੰ ਕਿਹਦੇ ਵਿੱਚ ਖੁਸ਼ ਆ। ਡੈਟਸ ਇਜ਼ ਦਾ ਲਾਈਫ, ਉਹ ਜ਼ਿੰਦਗੀ ਤੁਹਾਡੀ। ਤੇ ਨਾਨਕ ਜੀ ਕਹਿੰਦੇ ਜਿੱਦਣ ਮੈਂ ਸੰਤੋਖ ਦੀਆਂ ਮੁੰਦਰਾਂ ਕੰਨ 'ਚ ਪਾ ਲਈਆਂ ਨਾ, ਮੁੰਦਾ ਸੰਤੋਖ। ਹੁਣ ਅਗਲੀ ਗੱਲ ਗੁਰੂ ਜੀ ਕਹਿੰਦੇ, ਸ਼ਰਮ ਪੱਤ ਝੋਲੀ। ਪੱਤ ਤੇ ਝੋਲੀ ਦੋ ਸ਼ਬਦ ਗੁਰੂ ਜੀ ਨੇ ਇਕੱਠੇ ਵਰਤੇ ਨੇ ਇੱਥੇ। ਪੱਤ ਤੱਤੇ ਥੱਲੇ ਔਂਕੜਿਆ, ਝੋਲੀ ਪੱਤ ਮਤਲਬ ਹੈ ਖੱਪਰ। ਜੋਗੀ ਆਪਣੇ ਹੱਥ ਵਿੱਚ ਖੱਪੜ ਰੱਖਦਾ, ਹੱਥਾਂ 'ਚ ਰੱਖਦਾ, ਝੋਲੀ ਵੀ ਹੱਥਾਂ 'ਚ ਰੱਖਦਾ। ਤੇ ਨਾਨਕ ਜੀ ਦੇਖੋ ਐਕਸਪਲੇਨੇਸ਼ਨ ਦੇਖੋ ਨਾਨਕ ਜੀ ਦੀ, ਕੈਸੀ ਡਿਬੇਟ ਚੱਲ ਰਹੀ ਹੈ, ਕੈਸੇ ਕੁਐਸਚਨ ਚੱਲ ਰਹੇ ਨੇ। ਨਾਨਕ ਜੀ ਕਹਿੰਦੇ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ। ਸ਼ਰਮ ਮਤਲਬ ਪਰਿਸ਼ਰਮ ਦਾ ਸਰੂਪ ਹੈ, ਮਿਹਨਤ। ਕਹਿੰਦੇ ਤੁਸੀਂ ਝੋਲੀ ਖੋਲ੍ਹਣ ਵਾਸਤੇ ਹੱਥ ਅੱਡਦੇ ਹੋ, ਖੱਪਰ ਹੱਥ ਵਿੱਚ ਅੱਡਦੇ ਹੋ, ਹੱਥਾਂ ਦੇ ਨਾਲ ਖੱਪਰ ਦੀ ਲੋੜ ਆ, ਹੱਥਾਂ ਦੇ ਲੜ ਝੋਲੀ ਖੋਲ੍ਹਣ ਦੀ ਲੋੜ ਆ। ਕਹਿੰਦੇ ਮੇਰੇ ਸਿੱਖ ਦਾ ਹੱਥ ਮਿਹਨਤ ਦਾ ਹੋਵੇਗਾ। ਸ਼ਰਮ ਪੱਤ ਝੋਲੀ। ਹੁਣ ਅਗਲਾ ਸ਼ਬਦ ਹੈ ਧਿਆਨ ਕੀ ਕਰੇ ਵਿਭੂਤ। ਵਿਭੂਤੀ ਕਿੱਥੇ ਮਲਣੀ ਹੈ? ਤਨ ਤੇ। ਵਿਭੂਤੀ ਕਿਉਂ ਮਲੀ ਜਾਂਦੀ ਹੈ? ਕਿਉਂ ਮਲਦਾ ਜੋਗੀ ਵਿਭੂਤੀ? ਕਦੀ ਕੁਐਸਚਨ ਰੱਖ। ਜਪਜੀ ਸਾਹਿਬ ਦੀ ਇੱਕ ਪੌੜੀ ਦੀ ਗੱਲ ਕਰ ਰਿਹਾ। ਉਮਰਾਂ ਲੰਘ ਜਾਂਦੀਆਂ ਜੇ ਜਪਜੀ ਸਾਹਿਬ ਦੀ ਵਿਚਾਰਧਾਰਾ ਉੱਪਰ। ਜੇ ਤੁਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਸਮਝਣਾ ਨਾ, ਜ਼ਿੰਦਗੀ ਲੱਗ ਜਾਂਦੀ ਜੇ ਜਪਜੀ ਸਾਹਿਬ ਨਹੀਂ ਜੇ ਸਮਝ ਆਉਂਦਾ। 25 ਸਾਲਾਂ ਦੇ ਵਿੱਚ ਮੈਂ ਹਰ ਸਾਲ ਜਪਜੀ ਸਾਹਿਬ ਦੀ ਕਥਾ ਕੀਤੀ ਜੇ ਲਗਾਤਾਰ ਗੁਰਦੁਆਰਿਆਂ, ਜਦੋਂ ਮੈਂ ਵੀਕਾਂ ਦੇ ਉੱਤੇ ਬੁੱਕ ਕਰਦਾ ਹੁੰਦਾ ਸੀ ਪ੍ਰੋਗਰਾਮ। ਪਰ ਅੱਜ ਵੀ ਮੈਨੂੰ ਕੋਈ ਆਖੇ ਨਾ, ਅੱਜ ਵੀ ਨਵੇਂ ਅਰਥ ਮੇਰੇ ਸਾਹਮਣੇ ਆਉਂਦੇ ਨੇ ਰੋਜ਼। ਸਤਿਗੁਰੂ ਗੁਰਦੇਵ ਜੀ ਕਹਿੰਦੇ ਸ਼ਰਮ ਪਤ ਧਿਆਨ ਕੀ ਕਰੇ ਵਿਭੂਤ। ਵਿਭੂਤੀ ਕੀ ਕਰਦੀ ਹੈ? ਕਿਉਂ ਜੋਗੀ ਵਿਭੂਤੀ ਮਲਦਾ ਹੈ? ਮੇਰਾ ਤਨ ਠੰਡਾ ਰਵੇ। ਤੇ ਸਾਹਿਬ ਕਹਿੰਦੇ ਧਿਆਨ, ਕੌਨਸੈਂਟਰੇਸ਼ਨ। ਜਿਸ ਕੰਮ 'ਚ ਤੁਹਾਡੀ ਕੌਨਸੈਂਟਰੇਸ਼ਨ ਨਹੀਂ ਨਾ, ਤੁਸੀਂ ਉਸ ਕੰਮ ਨੂੰ ਕਦੀ ਵੀ ਨਹੀਂ ਸਿੱਖ ਸਕਦੇ। ਕਿਸੇ ਵੀ ਚੀਜ਼ ਦਾ ਕੰਮ ਹੈ। ਤੇ ਜਦ ਤੱਕ ਤੁਸੀਂ ਇੱਕ ਚੰਗੇ ਸਿਖਿਆਰਥੀ ਬਣ ਕੇ ਕੰਮ ਨਹੀਂ ਸਿੱਖਦੇ, ਤੁਸੀਂ ਉਸ ਕੰਮ ਦੇ ਵਿੱਚ ਬਰਕਤ ਨਹੀਂ ਪਾ ਸਕਦੇ। ਤੇ ਜਦ ਤੱਕ ਬਰਕਤ ਨਹੀਂ ਨਾ ਪੈਂਦੀ, ਤੁਸੀਂ ਆਉਣ ਵਾਲੇ ਸਮੇਂ ਵਿੱਚ ਅਮੀਰ ਨਹੀਂ ਹੋ ਸਕਦੇ। ਜਿਹੜੇ ਅੱਜ ਤੁਹਾਨੂੰ ਅਮੀਰ ਨਜ਼ਰ ਆਉਂਦੇ ਆ ਨਾ, ਉਹਨਾਂ ਨੇ ਜ਼ਿੰਦਗੀਆਂ ਗਾਲੀਆਂ ਨੇ ਆਪਣੀਆਂ। ਫਸਟ ਆਫ ਆਲ ਉਹਨਾਂ ਨੇ ਆਪਣਾ ਧਿਆਨ ਲਾਇਆ, ਕੌਨਸੈਂਟਰੇਸ਼ਨ ਕੀਤੀ ਹੈ ਉਸ ਚੀਜ਼ 'ਤੇ। ਇੱਕ ਆਪਰੇਸ਼ਨ, ਤੁਸੀਂ ਇੱਕ ਬੰਦੇ ਡਾਕਟਰ ਨੂੰ ਕਹੋ ਆ ਮੇਰੇ ਬੱਚੇ ਦਾ ਢਿੱਡ ਪਾੜ ਦੇ, ਮੇਰਾ ਬੱਚਾ ਠੀਕ ਨਹੀਂ, ਡਾਕਟਰ ਢਿੱਡ ਹੀ ਪਾੜੂਗਾ ਨਾ, ਆਪਰੇਸ਼ਨ ਕਰਦਾ। ਪਰ ਸਾਨੂੰ ਭਰੋਸਾ ਹੈ ਕਿਉਂਕਿ ਉਹਦੀ ਕੌਨਸੈਂਟਰੇਸ਼ਨ ਹੈ ਉਹਦੇ ਉੱਪਰ। ਉਹਨੂੰ ਪਤਾ ਮੈਂ ਕਿਹੜੀ ਨਾੜੀ ਨੂੰ ਕਿੰਨਾ ਵੱਢਣਾ ਹੈ। ਪਰ ਐਵੇਂ ਥੋੜ੍ਹੀ ਹੁਣ ਤੁਹਾਡੇ ਹੱਥ 'ਚ ਕੋਈ ਫੜਾ ਦੇਵੇ ਕਾਂ ਉਸ ਤਰ੍ਹਾਂ ਕਰ ਲੂੰਗੇ ਆਪਰੇਸ਼ਨ? ਕਦੀ ਵੀ ਨਹੀਂ ਕਰਾਂਗੇ। ਹਰ ਚੀਜ਼ ਇੱਕ ਪਹਿਲਾਂ ਬੰਦਾ ਤੁਰਦਾ ਹੈ, ਪਹਿਲਾਂ ਲਰਨ ਕਰਦਾ ਹੈ, ਫਿਰ ਸਕਿੱਲਸ ਆਉਂਦੀਆਂ ਨੇ, ਫਿਰ ਉਹਦੀਆਂ ਬਰੀਕੀਆਂ ਆਉਂਦੀਆਂ ਨੇ। ਜੋ ਬਰੀਕੀਆਂ ਆਉਂਦੀਆਂ ਵਾ ਨਾ, ਫਿਰ ਤੁਹਾਡੇ ਜੀਵਨ ਦੀ ਘਾਟ ਘਟਦੀ ਹੈ। ਫਿਰ ਤੁਹਾਨੂੰ ਉਸ ਕੰਮ ਦੇ ਵਿੱਚ ਮਜ਼ਾ ਆਉਣ ਲੱਗਦਾ ਹੈ। ਜਦੋਂ ਮਜ਼ਾ ਆਉਣ ਲੱਗ ਪੈਂਦਾ ਨਾ, ਫਿਰ ਉਹ ਤੁਹਾਡੀ ਹੌਬੀ ਬਣ ਜਾਂਦੀ ਹੈ। ਜਿਹੜੀ ਕੁੜੀ ਨੂੰ ਪਹਿਲੇ ਦਿਨ ਰੋਟੀ ਨਹੀਂ ਵੇਲਣੀ ਆਉਂਦੀ, ਕਿਤਨਾ ਦੀ ਰੋਟੀ ਵੇਲੂਗੀ? ਟੇਢੀ ਮੇਢੀ ਵੇਲੂਗੀ ਨਾ। ਪਰ ਅੱਜ ਹੁਣ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ, ਜ਼ਿੰਦਗੀ ਲੰਘ ਗਈ ਹੈ, ਉਮਰਾਂ ਲੰਘ ਗਈਆਂ ਨੇ ਘਰ ਨੂੰ ਸਵਾਰਨ ਦੀਆਂ। ਅੱਜ ਉਹ ਕਹਿੰਦੇ 5 ਮਿੰਟ ਲੱਗਣੇ ਆ, ਤੂੰ ਬਹਿ, ਹੁਣੇ ਤੈਨੂੰ 2 ਰੋਟੀਆਂ ਆਟਾ ਗੁੰਨ ਕੇ ਮੈਂ ਲਾ ਦਿੰਦੀ ਪੁੱਤ ਵੇ। ਕਿਉਂਕਿ ਹੁਣ ਤਜਰਬਾ, ਐਕਸਪੀਰੀਅੰਸ ਆ, ਤੇ ਖਾਣ ਵਾਲੇ ਨੂੰ ਵੀ ਆਨੰਦ ਆ ਰਿਹਾ। ਇਵੇਂ ਸਭ ਕਹਿੰਦੇ ਧਿਆਨ ਕੀ ਕਰੇ ਵਿਭੂਤ। ਕੌਨਸੈਂਟਰੇਸ਼ਨ ਦੀ ਵਿਭੂਤੀ ਲਾ। ਜੇ ਕੂਲ ਰਹਿਣਾ ਹੈ, ਜੇ ਆਪਣੇ ਬ੍ਰੇਨ ਨੂੰ ਠੰਡਾ ਰੱਖਣਾ। ਖਿੰਥਾ ਕਾਲ। ਖਿੰਥਾ ਕੀ ਹੈ? ਮੈਂ ਤਾਂ ਇਹ ਸਿੱਧ ਗੋਸ਼ਟ ਤੋਂ ਪਹਿਲਾਂ ਮੈਂ ਇਹ ਗੱਲਾਂ ਤੁਹਾਡੇ ਨਾਲ ਤਾਂ ਸਾਂਝੀਆਂ ਕਰਨਾ ਚਾਹੁੰਦਾ ਵੀ ਜੇ ਤੁਸੀਂ ਸਿੱਧ ਗੋਸ਼ਟ ਨੂੰ ਸਮਝਣਾ ਨਾ, ਯੂ ਹੈਵ ਟੂ ਬੀ ਲਰਨ ਫਰੋਮ ਜਪਜੀ ਸਾਹਿਬ। ਸਤਿਗੁਰੂ ਪਾਤਸ਼ਾਹ ਜੀ ਉੱਤੇ ਗੱਲ ਬੜੀ ਬਾ ਕਮਾਲ ਕਰਦੇ, ਕਹਿੰਦੇ ਖਿੰਥਾ ਕਾਲ। ਕਾਲ ਦਾ ਕੀ ਸਮਾਂ? ਕਾਲ ਦਾ ਅਰਥ ਹੈ ਸਮਾਂ। ਸਮਾਂ ਮਨੁੱਖ ਦਾ ਨਿਤ ਪ੍ਰਤੀ ਦਿਨ ਬਦਲ ਰਿਹਾ ਜੀ, ਚੱਲ ਰਿਹਾ, ਨਿਰੰਤਰ ਚੱਲ ਰਿਹਾ। ਅਸੀਂ ਖਲੋਤੇ ਹੋਏ ਹਾਂ ਪਰ ਸਮਾਂ ਚੱਲ ਰਿਹਾ। ਤੇ ਸੱਚੇ ਪਾਤਸ਼ਾਹ ਕਹਿੰਦੇ ਖਿੰਥਾ। ਖਿੰਥਾ ਕੀ ਹੈ ਭਲਾ? ਕੀ ਕਰਦੇ? ਖਿੰਥਾ ਦੇ ਅਰਥ ਕੀ ਨੇ? ਗੋਦੜੀ। 2 ਤਰੀਕੇ ਦੀਆਂ ਗੋਦੜੀਆਂ ਜੋਗੀ ਵਰਤਦੇ ਨੇ। ਜਿਹੜੇ ਅਚਲ ਬਟਾਲੇ ਦੀ ਧਰਤੀ ਤੇ ਨਾਨਕ ਜੀ ਨਾਲ ਵਿਚਾਰ ਚਰਚਾ ਕਰ ਰਹੇ ਨੇ, ਉਹ ਗੋਦੜੀ ਵਰਤਦੇ ਨੇ ਮਿਰਗਸ਼ਾਲਾ ਦੀ, ਹਿਰਨ ਦੇ ਖਲ ਦੀ। ਜਿਹੜੇ ਸੁਮੇਰ ਪਰਬਤ ਦੀਆਂ ਕਲੰਦਰਾਂ ਵਿੱਚ ਨਾਨਕ ਜੀ ਨਾਲ ਬੈਠੇ ਨੇ, ਉਹ ਯੂਜ਼ ਕਰਦੇ ਨੇ ਬਾਗ ਦੀ ਖਲ, ਸ਼ੇਰ ਦੀ ਖਲ। ਹੁਣ ਦੋਵੇਂ ਹੀ ਖੱਲਾਂ ਮੌਤ ਦਾ ਪ੍ਰਤੀਕ ਨੇ। ਮੌਤ ਵਿੱਚੋਂ ਖੱਲ ਬਣੀ ਹੈ। ਪਹਿਲਾਂ ਮਰਨਾ ਪਿਆ ਫਿਰ ਹੀ ਖੱਲ ਬਣੀ ਨਾ ਜੀ। ਜਿਉਂਦੇ ਜੀ ਜਾਨਵਰ ਦੀ ਥੋੜ੍ਹੀ ਤੁਸੀਂ ਪਾ ਲਓਗੇ ਥੱਲੇ ਖੱਲ। ਮਰੂਗਾ ਪਹਿਲਾਂ ਜਾਨਵਰ, ਫਿਰ ਖੱਲ ਬਣੂਗੀ ਉਹਦੀ, ਉਹਦੇ ਉੱਪਰ ਫਿਰ ਜੋਗੀ ਬੈਠੂਗਾ। ਸਭ ਕਹਿੰਦੇ ਮੈਂ ਵੀ ਮਰਨਾ ਹੀ ਸਿੱਖ ਲਿਆ। ਤੂੰ ਹਿਰਨ ਦੀ ਖੱਲ ਤੇ ਬੈਠਾ ਹੈ, ਮੈਂ ਆਪਣੀ ਖੱਲ ਬਣਾ ਕੇ ਬੈਠਾ। ਬਸ ਫਰਕ ਤੇ ਇੰਨਾ ਕੀ ਹੈ। ਭਾਈ ਗੁਰਦਾਸ ਜੀ ਪੜ੍ਹੋ, ਭਾਈ ਗੁਰਦਾਸ ਜੀ
ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਇਹਦੇ ਅਰਥ ਇਹ ਨਹੀਂ ਕਿ ਦੂਸਰੇ ਨੂੰ ਕਿਹਾ ਗਿਆ, ਫਸਟ ਪਰਸਨ ਦੀ ਗੱਲ ਚੱਲ ਰਹੀ ਹੈ। ਕਿਤੇ ਭਾਈ ਗੁਰਦਾਸ ਜੀ ਨੂੰ ਸਮਝੋਗੇ ਨਾ, ਥੋੜੀ ਵੈਕਰਨ ਨੂੰ ਸਮਝੋ। ਕਹਿੰਦੇ ਜਿੱਦਣ ਮੈਂ ਆਪਣੀ ਖੱਲ ਦੇ ਆਪ ਜੁੱਤੇ ਬਣਾ ਕੇ ਆਪਣੇ ਪੈਰਾਂ ਵਿੱਚ ਪਾਉਣੇ ਚਾਲੂ ਕੀਤੇ ਨਾ, ਉਦਣ ਮੈਨੂੰ ਗੁਰਸਿੱਖੀ ਦੀ ਮੌਜ ਆਉਣੀ ਚਾਲੂ ਹੋਈ ਹੈ। ਉਧਰ ਮੈਨੂੰ ਪਤਾ ਲੱਗਣ ਲੱਗਾ ਵੀ ਗੁਰਸਿੱਖੀ ਕੀ ਹੁੰਦੀ ਹੈ। ਦੂਜਿਆਂ ਨੂੰ ਤੇ ਗੁਰਸਿੱਖ ਮੈਂ ਬੜੀ ਛੇਤੀ ਕਹੀ ਜਾਂਦਾ, ਦੂਜਿਆਂ ਵੱਲ ਵੇਖੀ ਜਾਂਦਾ, ਪਰ ਜਿੱਦਣ ਮੈਂ ਆਪਣੇ ਆਪ ਨੂੰ ਮਾਰਨਾ ਸਿੱਖਿਆ ਵੀ ਆਪ ਮਰੈ, ਪਹਿਲਾਂ ਆਪਣੇ ਆਪ ਨੂੰ, ਜਿਹਨੂੰ ਗੁਰੂ ਸਾਹਿਬ ਕਹਿੰਦੇ ਪਹਿਲਾਂ ਮਰਨ ਕਬੂਲ, ਆ ਜੇ ਅਰਥੇ ਦੇ। ਅਸੀਂ ਦੂਜਿਆਂ ਦੀਆਂ ਖੱਲਾਂ ਪੈਰਾਂ ਵਿੱਚ ਪਾਉਣ ਦੀ ਗੱਲ ਕਰਦੇ ਹਾਂ। ਫਿਰ ਕਹਿਣਗੇ ਅਸੀਂ ਤੇ ਨਿਮਰਤਾ ਵਾਲੇ ਹਾਂ ਜੀ, ਗੁਰਸਿੱਖਾਂ ਦੇ ਪੈਰਾਂ ਦੀ ਖਾਖ ਹੈ ਅਸੀਂ ਤੇ ਜੀ, ਗੁਰਸਿੱਖਾਂ ਦੀ ਖੱਲ ਦੇ ਜੁੱਤੇ ਪੈਰਾਂ 'ਚ। ਹੁਣ ਕਿਹੜੇ ਗੁਰਸਿੱਖ ਦੀ ਖੱਲ ਤੁਹਾਨੂੰ ਮਿਲੂਗੀ ਜੀ, ਦੱਸੋ? ਤੁਸੀਂ ਕਿਹੜੇ ਗੁਰਸਿੱਖ ਦੇ ਪੈਰਾਂ ਦੇ ਵਿੱਚ ਜਾਂ ਆਪਣੀ ਖੱਲ ਪਾਉਂਗੇ? ਕੋਈ ਮਰਨਾ ਚਾਹੁੰਦਾ? ਕੋਈ ਨਹੀਂ ਜੇ ਚਾਹੁੰਦਾ। ਆ ਵੱਡੀਆਂ ਗੱਲਾਂ ਕਰਨੀਆਂ ਤੁਸੀਂ ਇਸ ਸਿੱਧ ਗੋਸ਼ਟ ਵਿੱਚ ਪੜੋਗੇ ਨਾ, ਤੇ ਇੱਕ ਗੱਲ ਬੜੀ ਪਿਆਰੀ ਲਿਖਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸਿੱਧ। ਉਹ ਕਹਿੰਦੇ ਨੇ, ਨਾਨਕ ਜੀ ਦੇ ਸਨਮੁਖ ਜਦੋਂ ਬਹਿੰਦੇ ਨਾ ਤੇ ਆਪਣੇ ਵੱਖ-ਵੱਖ ਰੂਪਾਂ ਦੀ ਗੱਲ ਕਰਦੇ ਆ। ਅਸੀਂ ਕੀਤਾ ਖੈਰ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਖੱਲ ਜਿਹੜੀ ਪਾਈ ਆ ਨਾ ਮੈਂ, ਖਿੰਥਾ ਕਾਲ, ਮੌਤ ਦੀ ਖੱਲ ਆਪਣੇ ਨਾਲ ਹੰਡਾਉਣੀ ਚਾਲੂ ਕਰ ਲਈ ਹੈ। ਖਿੰਥਾ ਕਾਲ ਕੁੰਵਾਰੀ ਕਾਇਆ, ਕਾਇਆ ਦਾ ਮਤਲਬ ਕੀ ਹੈ? ਸਰੀਰ। ਅੱਜ ਹਰ ਬੰਦਾ ਖੂਬਸੂਰਤ ਬਣਨਾ ਚਾਹੁੰਦਾ। ਅਸੀਂ ਜਿਮ ਦੇ ਵਿੱਚ ਘੰਟਿਆਂ ਸਮਾਂ ਬਤੀਤ ਕਰਦੇ ਹਾਂ, ਕਾਹਦੇ ਵਾਸਤੇ? ਮੇਰੀ ਪਰਸਨੈਲਿਟੀ, ਮੈਂ ਚੰਗਾ ਲੱਗਾ, ਮੈਂ ਕੁਆਰਾ ਲੱਗਾ, ਮੈਂ ਲੱਗਾ ਮੁੰਡਾ ਖੁੰਡਾ, ਦਾੜੀ ਭਾਵੇਂ ਮੈਨੂੰ ਕਾਲੀ ਕਰਨੀ ਪਵੇ, ਕੋਈ ਗੱਲ ਹੀ ਨਹੀਂ, ਵਾਲ ਕਾਲੇ ਕਰਨੇ ਪੈਣ, ਭਾਵੇਂ ਮੀਂਹ ਪੈਂਦਾ ਹੋਵੇ ਤੇ ਉਹ ਕਾਲਕ ਮੇਰੇ ਮੂੰਹ ਤੇ ਸਾਰੀ ਆ ਜੇ, ਪਰ ਮੈਂ ਜਵਾਨ ਲੱਗਣਾ ਚਾਹੁੰਦਾ। ਤੇ ਨਾਨਕ ਜੀ ਕਹਿੰਦੇ ਮੈਂ ਤੈਨੂੰ ਦੱਸਦਾ, ਖਿੰਥਾ ਕਾਲ ਕੁੰਵਾਰੀ ਕਾਇਆ, ਆਪਣੀ ਕਾਇਆ ਨੂੰ ਕੁਵਾਰਾ ਰੱਖਣਾ। ਕਿਵੇਂ? ਆਪਣੇ ਕਾਇਆ ਨੂੰ ਵਿਕਾਰਾਂ ਤੋਂ ਰੋਕ। ਵੀਰ ਜੀ ਨੇ ਹੁਣ ਇੱਕ ਸ਼ਬਦ ਪੜ੍ਹਿਆ ਬੜਾ ਪਿਆਰਾ, ਸਾਹਿਬ ਕਹਿੰਦੇ ਹਉਮੈ ਰੋਗ ਮਾਨੁਕੋ ਦੀਨਾ, ਕਾਮ ਰੋਗ ਮੈਗਲ ਵਸ ਕੀਨਾ। ਹੁਣ ਸਮਝੋ ਇਹਦੇ ਅਰਥ, ਗੁਰਬਾਣੀ ਬੜੀ ਡੂੰਘੀ ਜੇ। ਸਾਹਿਬ ਕਹਿੰਦੇ ਮਨੁੱਖ ਦੇ ਕੋਲ ਜਿਹੜਾ ਆਪਣਾ ਰੋਗ ਆ ਨਾ, ਉਹ ਹਉਮੈ ਦਾ ਹੈ, ਜਿਹੜਾ ਇਹਦੇ ਨਾਲ ਆ, ਜਿਹੜੀ ਇਹ ਮੈਂ ਦੇ ਵਿੱਚ ਪੈਂਦਾ ਹੈ। ਹਾਥੀ ਦਾ ਰੋਗ ਤੇ ਕੰਮ ਦਾ ਸੀ, ਪਰ ਉਹ ਵੀ ਇਹਦੇ ਵਿੱਚ ਹੀ ਹੈ। ਹਾਥੀ ਦੇ ਇੱਕ ਰੋਗ ਸੀ, ਇਹ ਤੇ ਮੈਗਲ ਦਾ ਰੋਗ ਸੀ, ਪਰ ਇਹਨੇ ਵੀ ਆਪਣੇ ਵਿੱਚ ਪਾ ਲਿਆ ਹੈ, ਇਹ ਵੀ ਉਸੇ ਅਧੀਨ ਹੀ ਚੱਲ ਰਿਹਾ। ਤੇ ਕਹਿੰਦੇ ਦੱਸੋ ਇਸ ਰੋਗੀ ਦਾ ਇਲਾਜ ਕਿੱਥੋਂ ਹੋ ਜਾਊਗਾ? ਦਵਾਈਆਂ ਨਾਲ ਥੋੜੀ ਇਲਾਜ ਹੋਊਗਾ। ਜਿਹੜੀ ਹਉਮੈ ਨਾਲ ਲਈ ਬੈਠਾ ਹੈ, ਜਿਹੜਾ ਐਡਾ ਵੱਡਾ ਰੋਗ ਨਾਲ ਲਈ ਬੈਠਾ ਹੈ, ਇਹਦੇ ਨਾਲ ਇਹਦਾ ਇਲਾਜ ਤੇ ਉਦੋਂ ਹੋਵੇਗਾ ਜਿੱਦਣ ਆਪਣੇ ਆਪ ਨੂੰ ਮਾਰੂਗਾ। ਇਸੇ ਨੂੰ ਗੁਰੂ ਜੀ ਕਹਿੰਦੇ ਨੇ ਖਿੰਥਾ ਕਾਲ ਕੁੰਵਾਰੀ ਕਾਇਆ, ਆਪਣੇ ਸਰੀਰ ਨੂੰ ਵਿਕਾਰਾਂ ਤੋਂ ਮੈਂ ਰੋਕ ਕੇ ਰੱਖਿਆ ਹੋਇਆ ਹੈ। ਮੇਰੀ 24 ਘੰਟੇ ਵਿਚਾਰ ਕਾਮ ਦੇ ਵਿੱਚ ਨਹੀਂ ਚੱਲਦੀ, ਮੇਰੀ 24 ਘੰਟੇ ਵਿਚਾਰ ਹੰਕਾਰ 'ਚ ਨਹੀਂ ਚੱਲਦੀ। ਅਸੀਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਰਦੇ ਜਿਉਂਦੇ ਹਾਂ, ਕਦੀ ਹੰਕਾਰ ਵਿੱਚ ਜਿਉਂਦੇ ਹਾਂ, ਕਦੀ ਕਾਮ ਦੇ ਵਿੱਚ ਜਿਉਂਦੇ ਹਾਂ, ਕਦੀ ਅਸੀਂ ਲੋਭ ਦੇ ਵਿੱਚ ਜਿਉਂਦੇ ਹਾਂ। ਤੇ ਕਾਇਆ ਕਿੱਥੋਂ ਕੁਵਾਰੀ ਰਹਿ ਜੂਗੀ? ਆਪਣੀ ਬਾਡੀ ਦਾ ਕਿਤੇ ਦੇਖੋ, ਤੁਹਾਡੀ ਬਾਡੀ ਬੀਪੀ ਨੂੰ ਕਿਵੇਂ ਵਧਾਉਂਦੀ ਹੈ। ਮਿੰਟਾਂ 'ਚ ਬਲੱਡ ਪ੍ਰੈਸ਼ਰ ਤੁਹਾਡਾ ਹਾਈ, ਮਿੰਟਾਂ 'ਚ ਲੋ, ਤੇ ਉਹ ਸਾਰਾ ਕੁਝ ਤੇ ਬਾਡੀ ਹਟਾਉਂਦੀ ਹੈ ਨਾ। ਜਦੋਂ ਬਾਡੀ ਹਟਾਉਂਦੀ ਹੈ ਤਾਂ ਫਿਰ ਕਦੀ ਕਿਡਨੀਆਂ ਖਤਮ ਹੁੰਦੀਆਂ ਨੇ, ਕਦੀ ਕੁਝ ਖਤਮ ਹੁੰਦਾ ਹੈ। ਅਸਲੀ ਗੱਲ ਕੀ ਹੈ? ਸਾਡੀਆਂ ਵਿਚਾਰਾਂ। ਭਾਈ ਗੁਰਦਾਸ ਜੀ ਨੇ ਇੱਕ ਪੰਕਤੀ ਬੜੀ ਪਿਆਰੀ ਵਰਤੀ ਹੈ, ਕਹਿੰਦੇ ਦੋ ਚੀਜ਼ਾਂ ਬੰਦਾ ਆਪਣੀ ਜ਼ਿੰਦਗੀ ਵਿੱਚ ਸਵਾਰ ਲਵੇ ਤੇ ਇਹਦੀ ਸਰੀਰ ਕੁੰਵਾਰਾ ਰਹਿ ਸਕਦਾ ਹੈ, ਇੱਕ ਵਿਚਾਰ ਤੇ ਇੱਕ ਪਾਣੀ। ਦੋਵਾਂ ਦਾ ਸੁਭਾਅ ਜੀ ਦੂਜੇ ਦਾ ਰੰਗ ਨੂੰ ਕਬੂਲਣਾ, ਦੋਵਾਂ ਦਾ ਸੁਭਾਅ ਹੈ। ਵਿਚਾਰਾਂ ਵੀ ਝੱਟ ਦੂਸਰੇ ਦਾ ਰੰਗ ਕਬੂਲਦੀਆਂ ਨੇ, ਪਾਣੀ ਵੀ ਝੱਟ ਦੂਸਰੇ ਦਾ ਰੰਗ ਕਬੂਲਦਾ ਹੈ। ਤੇ ਦੋਵੇਂ ਸਾਫ਼ ਸੁਥਰੇ ਹੋਣ ਤੇ ਬੰਦਾ ਕਦੀ ਨਹੀਂ ਜੇ ਮਾਰ ਖਾਂਦਾ। ਜੇ ਪਾਣੀ ਸਾਫ਼ ਸੁਥਰਾ ਪੀਏਗਾ ਸਦਾ ਤੰਦਰੁਸਤ ਰਹੇਗਾ, ਪਰ ਜੇ ਵਿਚਾਰ ਸਾਫ਼ ਸੁਥਰੇ ਰੱਖੇਗਾ ਕਦੀ ਇਹਦੇ ਮਨ ਵਿੱਚ ਵਿਕਾਰ ਨਹੀਂ ਆਉਣਗੇ। ਤੇ ਸਾਹਿਬ ਜੀ ਕਹਿੰਦੇ ਖਿੰਥਾ ਕਾਲ ਕੁੰਵਾਰੀ ਕਾਇਆ, ਜੁਗਤ ਡੰਡਾ। ਜੁਗਤ ਦਾ ਅਰਥ ਹੈ ਸਕਿੱਲ, ਜਿਹਨੂੰ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗੁਰੂ ਜੀ ਨੇ, ਸਕਿੱਲ। ਹਾਊ ਡੂ ਵੀ ਟ੍ਰੇਨਡ ਆਵਰ ਸੈਲਫ, ਅਸੀਂ ਆਪਣੇ ਆਪ ਨੂੰ ਟ੍ਰੇਨਡ ਕਿਵੇਂ ਕਰਨਾ ਹੈ, ਅਸੀਂ ਆਪਣੇ ਆਪ ਨੂੰ ਕਿਵੇਂ ਸਵਾਰਨਾ ਹੈ, ਇਹ ਸਕਿੱਲ, ਇਹ ਜੁਗਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਤੇ ਗੁਰੂ ਜੀ ਕਹਿੰਦੇ ਮੈਂ ਤੈਨੂੰ ਸਕਿੱਲ ਦੱਸਦਾ, ਜੋ ਕਰ ਰਿਹਾ ਉਹਦੇ ਵਿੱਚ ਭਰੋਸਾ ਰੱਖ। ਜਾਮਨ ਦਾ ਬੂਟਾ ਨਾ ਆਪਾਂ ਪਿੰਡਾਂ 'ਚ ਲਾਉਂਦੇ ਸਾਂ, ਜਿਹਨਾਂ ਨੂੰ ਪਤਾ ਹੋਵੇ ਖੇਤੀਬਾੜੀ ਦਾ।
ਪਤਾ ਕਦੋਂ ਮਿਲਦਾ? ਜੇ ਜਾਮਨ ਦਾ ਫਲ। ਉਮਰਾਂ ਲੰਘ ਜਾਂਦੀਆਂ, ਜੇ ਬੰਦਾ ਜਵਾਨ ਹੋ ਜਾਂਦਾ ਜੇ ਜਾਮਨ ਦੇ ਫਲ ਲੱਗਣ ਲਈ। ਪਰ ਸਬਰ ਬੜਾ ਜੇ ਜਾਮਨ ਤੇ ਫਲ ਵੇਖਣ ਵਾਸਤੇ। ਤੇ ਜਿੱਦਣ ਜਾਮਣ ਫਲ ਪੱਕ ਕੇ ਆਉਂਦਾ ਨਾ, ਆਪਣੇ ਰੰਗ ਦੇ ਵਿੱਚ ਬੰਦੇ ਨੂੰ ਰੰਗ ਦਿੰਦਾ ਜੇ। ਦੂਰੋਂ ਪਤਾ ਲੱਗ ਜਾਂਦਾ ਜਾਮਨ ਖਾਧੇ ਨੇ। ਉਹਦੀ ਮਿਹਨਤ ਹੈ ਜਾਮਨ ਦੀ, ਉਹਦੀਆਂ ਜੜ੍ਹਾਂ ਦਾ ਮਜ਼ਬੂਤ ਹੋਣਾ ਹੈ। ਜੇ ਉਹ ਰੰਗ ਆਪਣਾ ਬੰਦੇ ਦੇ ਉੱਤੇ ਦੇ ਰਿਹਾ ਨਾ, ਤੇ ਉਹ ਆਪਣੇ ਆਪ ਨੂੰ ਪ੍ਰਭਾਵਿਤ ਕਰ ਰਿਹਾ। ਜਾਮਨ ਦੇ ਇੰਨੇ ਕੁ ਫਾਇਦੇ ਨੇ, ਜਿਹੜਾ ਬੰਦਾ ਜਾਮਨ ਖਾ ਲਵੇ ਸ਼ੂਗਰ ਤੋਂ ਬਚ ਸਕਦਾ, BP ਤੋਂ ਬਚ ਸਕਦਾ। ਜਾਮਨ ਦੇ ਵਿੱਚ ਇੰਨਾ ਫਾਇਦਾ ਵਾ। ਪਰ ਜਾਮਨ ਦਾ ਰੰਗ ਕਬੂਲਣਾ ਪੈਂਦਾ ਜੀ, ਜਾਮਨ ਦਾ ਰੰਗ ਕਬੂਲਣਾ ਪੈਂਦਾ ਹੈ। ਤੇ ਜਾਮਨ ਨੂੰ ਉਹ ਰੰਗ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਮਿਟਾਉਣਾ ਪਿਆ, ਪਹਿਲਾਂ ਆਪਣੇ ਆਪ ਨੂੰ ਵਾਰਨਾ ਪਿਆ, ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਪਈਆਂ ਨੇ। ਜਿੱਦਣ ਉਹਦੀਆਂ ਜੜ੍ਹਾਂ ਮਜ਼ਬੂਤ ਹੋਈਆਂ, ਉਦਣ ਉਹਨੇ ਆਪਣਾ ਰੰਗ ਦੂਜੇ ਤੇ ਛੱਡ ਦਿੱਤਾ। ਜਿਹਨੂੰ ਗੁਰੂ ਜੀ ਕਹਿੰਦੇ ਆ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੇ ਸਦਾ ਨੈਣੀ। ਇਹਦੇ ਵਿੱਚ ਹੀ ਗੁਰੂ ਜੀ ਇੱਕ ਹੋਰ ਅੱਗੇ ਸ਼ਬਦ ਵਰਤਦੇ ਨੇ, ਕਹਿੰਦੇ ਗੁਣਾ ਕਾ ਹੋਵੇ ਵਾਸੁਲਾ ਕਢਵਾਸ ਲੀਜੈ। ਤੇਰੇ ਅੰਦਰੋਂ ਖੁਸ਼ਬੂ ਗੁਣਾ ਦੀ ਆਵੇ, ਦੂਜਾ ਪ੍ਰਭਾਵਿਤ ਹੋ ਜਾਵੇ। ਇਹਨੂੰ ਕਹਿੰਦੇ ਨੇ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ। ਗੁਰੂ ਜੀ ਕਹਿੰਦੇ ਸਭ ਤੋਂ ਵੱਡਾ ਜੇ ਮੈਨੂੰ ਕੋਈ ਸਮਝ ਆਈ ਨਾ ਤੁਹਾਡੇ ਪੰਥਾਂ ਤੋਂ ਉੱਪਰ, ਮਨ ਜੀਤਾ ਜਗ ਜੀਤ। ਆਹੀ ਔਖਾ ਜੇ। ਤੇ ਜਦੋਂ ਮਨ ਜਿੱਤਣਾ ਚਾਲੂ ਕਰਤਾ, ਉਦੋਂ ਤੁਹਾਡੇ ਵਿੱਚ ਸਿੱਧ ਗੋਸ਼ਟ ਪੈਦਾ ਹੋ ਜਾਵੇਗੀ। ਸਤਿਗੁਰੂ ਗੁਰਦੇਵ ਜੀ ਨੇ ਇਸ ਸਿੱਧ ਗੋਸ਼ਟ ਨੂੰ ਵੱਖ-ਵੱਖ ਤਰੀਕਿਆਂ ਨਾਲ ਅੰਕਿਤ ਕੀਤਾ ਜੇ। ਤੇ ਨਾਨਕ ਜੀ ਨੇ ਜਦੋਂ ਇਸ ਡਿਬੇਟ ਨੂੰ ਸਾਡੇ ਸਾਹਮਣੇ ਰੱਖਿਆ ਵਾ ਨਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਉੱਪਰ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਤਾਂ ਅੱਜ ਗੱਲ ਕੀਤੀ ਹੈ ਕਿਉਂਕਿ ਮੈਂ ਚਾਹੁੰਦਾ ਸੀ ਬੇਸ ਤੁਹਾਨੂੰ ਸਮਝ ਆਵੇ, ਭੂਮਿਕਾ ਸਮਝ ਆਵੇ ਕਿ ਨਾਨਕ ਜੀ ਦੀ ਸਿੱਧ ਗੋਸ਼ਟ ਦੇ ਪਿੱਛੇ ਹੋਰ ਕਿਹੜੇ-ਕਿਹੜੇ ਤੱਤ ਲੁਕੇ ਹੋਏ ਨੇ। ਨਾਨਕ ਜੀ ਜਦੋਂ ਕਰਤਾਰਪੁਰ ਦੀ ਧਰਤੀ ਤੇ ਵਾਪਸ ਆ ਜਾਂਦੇ ਨੇ, ਵਾਪਸ ਆ ਕੇ ਮੰਜੀ ਬੈਠ ਬਾਬਾ ਜਦੋਂ ਵਾਪਸ ਆਉਂਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਜੀ ਨਾਨਕ ਜੀ ਕਰਤਾਰਪੁਰ ਆ ਕੇ ਕੀ ਕਰਦੇ ਨੇ? ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਰਤਾਰਪੁਰ ਦੇ ਵਿੱਚ ਆ ਕੇ ਮੰਜੀ ਉੱਤੇ ਬੈਠ ਕੇ ਆਮ ਲੋਕਾਂ ਵਾਂਗੂ ਜੀਵਨ ਜਿਉਂਦੇ ਨੇ। ਮੰਜੀ ਬੈਠ ਕੀਆ ਅਵਤਾਰਾ, ਮਤਲਬ ਇਹ ਨਹੀਂ ਕਿ ਉਹਨਾਂ ਨੇ ਕੋਈ ਅਵਤਾਰ ਧਾਰ ਲਿਆ। ਆਮ ਲੋਕਾਂ ਵਾਂਗੂ ਘਰ ਦੇ ਮੰਜੀਆਂ ਤੇ ਬਹਿਣਾ, ਗੱਲਾਂ ਬਾਤਾਂ ਕਰਨੀਆਂ, ਵੀ ਆਓ ਆਪਾਂ ਬਹਿ ਕੇ ਗੱਲ ਕਰੀਏ। ਕਹਿੰਦੇ ਇੰਨੇ ਚਿਰ ਨੂੰ ਕਿਸੇ ਨੇ ਦੱਸ ਪਾਈ ਵੀ ਸ਼ਿਵਰਾਤ ਦਾ ਮੇਲਾ ਲੱਗਣਾ ਜੇ ਅਚਲ ਬਟਾਲੇ ਦੀ ਧਰਤੀ ਤੇ। ਬੁੱਢਾ ਹੋਇਆ ਨਾਨਕ ਅਜੇ ਵੀ ਨਹੀਂ ਬਹਿੰਦਾ। ਦੇਖੋ ਕੈਸਾ ਜਨੂਨ ਹੋਵੇਗਾ, ਦੇਖੋ ਤੁਸੀਂ ਨਾਨਕ ਜੀ, ਗੁਰੂ ਨਾਨਕ ਪਾਤਸ਼ਾਹ ਵਿੱਚ ਕੈਸਾ ਜਨੂਨ ਹੋਏਗਾ। ਖੇਤੀਬਾੜੀ ਦਾ ਕੰਮ ਕਰਨ ਵਾਲਾ ਘਰ ਵਿੱਚ ਬੈਠੇ ਨੇ, ਕੰਮ ਕਰ ਰਹੇ ਨੇ, ਕਿਰਤ ਕਰ ਰਹੇ। ਕਿਸੇ ਨੇ ਦੱਸ ਪਾਈ, ਕਹਿੰਦੇ ਸ਼ਿਵਰਾਤ ਦਾ ਮੇਲਾ ਲੱਗਣਾ ਜੇ ਅਚਲ ਬਟਾਲੇ ਦੀ ਧਰਤੀ, ਗੁਰਦਾਸਪੁਰ ਦੇ ਲਾਗੇ ਸ਼ਿਵਰਾਤ ਸ਼ਿਵ ਦੀ ਇੱਕ ਮੰਦਿਰ ਆ ਜਿੱਥੇ ਹਰ ਸਾਲ ਮੇਲਾ ਲੱਗਦਾ। ਸਾਰੀ ਦੁਨੀਆ ਦੇ ਤਮਾਮ ਜੋਗੀ ਆਉਂਦੇ ਨੇ ਜਿਹੜੇ ਬਟਾਲੇ ਦੀ ਧਰਤੀ ਤੇ ਰਹਿੰਦੇ। ਹੁਣ ਇੱਕ ਪਿੰਡ ਕਾਦੀਆਂ ਜੇ ਪਿੰਡ, ਇਸਲਾਮ ਦਾ ਗੜ੍ਹ ਰਿਹਾ ਜੇ ਕਾਦੀਆਂ, ਇਸਲਾਮ ਦਾ ਵੱਡਾ ਗੜ੍ਹ ਰਿਹਾ। ਅੱਜ ਵੀ ਤੁਸੀਂ ਵੇਖੋਗੇ ਤਮਾਮ ਉੱਥੇ ਇਸਲਾਮ ਦੇ ਬੜੀਆਂ ਪੁਰਾਣੀਆਂ ਮਸਜਿਦਾਂ ਤੁਹਾਨੂੰ ਉੱਥੇ ਮਿਲਣਗੀਆਂ। ਬੜੇ ਚੋਟੀ ਦੇ ਵਿਦਵਾਨ ਕਾਦੀਆਂ ਨੇ ਪੈਦਾ ਕੀਤੇ ਨੇ ਬਟਾਲੇ ਦੀ ਧਰਤੀ ਤੇ। ਐਵੇਂ ਅਚਲ ਬਟਾਲੇ ਦੀ ਧਰਤੀ ਜਿੱਥੇ ਜੋਗੀਆਂ ਦਾ ਗੜ੍ਹ ਸੀ, ਜਿਹੜੇ ਸ਼ਿਵ ਦੇ ਸਾਹਮਣੇ ਰਾਸਧਾਰੀ ਪਾ ਕੇ ਰਾਸ ਕਰਾਉਂਦੇ ਸਨ, ਰਾਸਾਂ ਲਾਉਂਦੇ ਸਨ। ਦੇਖੋ ਨਾਨਕ ਜੀ ਤੁਰ ਪਏ ਨੇ ਉੱਧਰ ਨੂੰ। ਅੱਜ ਮਰਦਾਨਾ ਜੀ ਨਾਲ ਨਹੀਂ ਗਏ, ਪਰ ਜਨੂਨ ਆ ਕੁਝ ਬਦਲਣ ਦਾ। ਜਨੂਨ ਹੈ ਅੱਜ ਇਹਨਾਂ ਨਾਲ ਵੀ ਬਹਿਣਾ ਹੈ, ਇਹਨਾਂ ਨਾਲ ਬਹਿ ਕੇ ਗੱਲ ਤੇ ਕਰੀਏ ਕਿ ਜੇ ਸੁਣੀਏ ਕਿ ਜੇ ਕਹੀਏ ਨਾਨਕ ਦਾ ਤੇ ਸਿਧਾਂਤ ਹੀ ਅਸੀਂ ਕਹਿੰਦੇ ਵੀ ਵਿਚਾਰ ਨਹੀਂ ਕਰਨੀ। ਅੱਜ ਪਤਾ ਸਾਡਾ ਕੀ ਹੈ, ਜੇ ਕਿਹਨੂੰ ਆਖੇ ਭਾਈ ਸਾਹਿਬ ਜੀ ਵਿਚਾਰ ਕਰਨੀ ਸੀ, ਪਹਿਲੀ ਗੱਲ ਤੇ ਸਾਨੂੰ ਵਿਚਾਰ ਦੇ ਅਰਥ ਵੀ ਨਹੀਂ ਪਤਾ। ਸਾਡੀ ਤੁਸੀਂ ਦੇਖਿਓ ਸਿੱਧ ਗੋਸ਼ਟ ਵਿੱਚ ਤੁਹਾਨੂੰ ਸਾਹਮਣੇ ਸਮਝ ਆਊਗੀ ਕਿ ਸਾਡੀ ਵਿਚਾਰ ਚਰਚਾ ਕਿਹੋ ਜਿਹੀ ਹੈ ਤੇ ਕਿਹੋ ਜਿਹੀ ਹੈਲਦੀ ਵਿਚਾਰ ਗੁਰੂ ਨਾਨਕ ਦੀ ਹੈ। ਨਾਨਕ ਜੀ ਨੂੰ ਭੰਗਰਨਾਥ ਤੱਕ ਕਹਿ ਦਿੰਦੇ ਨੇ। ਉਹ ਭੰਗਰਨਾਥ ਉੱਥੇ ਜੋਗੀ ਦਾ ਨਾਮ ਨਹੀਂ ਹੈ। ਪੱਬਾ ਭੰਗਰ ਤੇ ਨਾਥ ਦੇ ਥੱਲੇ ਔਂਕੜਾ ਲਾਇਆ ਭਾਈ ਗੁਰਦਾਸ ਜੀ ਨੇ। ਇੱਕ ਵਚਨ ਦਾ ਸੂਚਕ ਹੈ, ਕਿਸੇ ਨੂੰ ਸੰਬੋਧਨ ਕਰਨਾ। ਉਹ ਨਾਥਾ ਕੀ ਭੰਗਰ ਪਾਤਾ ਤੂੰ ਸਾਡੇ ਵਿੱਚ। ਆਪਾਂ ਇੱਕ ਸ਼ਬਦ ਵਰਤਦੇ ਹੁੰਦੇ ਸਾਂ, ਆ ਭੰਗਰ ਕਿਉਂ ਪਾਤਾ? ਮੈਂ ਇਸ ਸ਼ਬਦ ਨੂੰ ਬੜਾ ਹਫ਼ਤੇ ਤੋਂ ਮੈਂ ਰਿਸਰਚ ਕਰ ਰਿਹਾ ਸੀ। ਮੈਂ ਕਿ ਯਾਰ ਹਮੇਸ਼ਾ ਅਸੀਂ ਕਹਿ ਦਿੰਦੇ ਹਾਂ ਭੰਗਰਨਾਥ ਜੋਗੀ ਦੀ ਗੱਲ, ਪਰ ਜਦੋਂ ਮੈਂ ਸਿੱਧ ਗੋਸ਼ਟ ਪੜ੍ਹੀ ਪੂਰੀ, ਇੱਕ ਵੀ ਵਾਰੀ ਭੰਗਰਨਾਥ ਸ਼ਬਦ ਨਹੀਂ ਆਇਆ। ਸਿਰਫ ਭਾਈ ਗੁਰਦਾਸ ਜੀ ਨੇ ਭੰਗਰਨਾਥ ਸ਼ਬਦ ਵਰਤਿਆ ਵਾ। ਔਦੂ ਸ਼ਬਦ ਆਊਗਾ ਤੁਹਾਡੇ ਸਾਹਮਣੇ, ਚਰਪਟ ਦਾ ਅਰਥ ਆਊਗਾ। ਔਦੂ ਮਤਲਬ ਹੈਗਾ ਵਿੱਚ ਇੰਟਰਪ੍ਰੀਟਰ, ਜਿਹੜਾ ਔਦੂ ਚਰਪਟ ਦੀ ਗੱਲ, ਔਦੂ ਜਿਹੜਾ ਵਿੱਚ ਬੈਠਾ ਉਹ ਨਾਨਕ ਜੀ ਨਾਲ ਗੱਲ ਕਰ ਰਿਹਾ, ਵਿਚਕਾਰ ਜਿਹੜੀ ਗੱਲ ਹੋ ਰਹੀ ਹੈ।
ਇਸ ਰਿਸਰਚ ਨੂੰ ਸਮਝਾਂਗੇ ਆਪਾਂ ਆਉਣ ਵਾਲੇ ਸਮੇਂ 'ਚ। ਤੇ ਨਾਨਕ ਜੀ ਉੱਥੇ, ਨਾਨਕ ਜੀ ਨੂੰ ਭੰਗਰਨਾਥ ਤੱਕ ਕਹਿੰਦੇ ਨੇ, ਕਹਿੰਦੇ ਤੂੰ ਤਾਂ ਕਾਂਜੀ ਪਾਤੀ ਹੈ, ਸਾਨੂੰ ਕਿੱਧਰ ਤੋਰਤਾ, ਤੂੰ ਹੁਣ ਕਹਿੰਦਾ ਜਾ ਕੇ ਲੋਕਾਂ ਦੇ ਘਰਾਂ 'ਚ ਗ੍ਰਸਤ ਜਾ ਕੇ ਬਣੀਏ, ਜਿਨ੍ਹਾਂ ਨੂੰ ਅਸੀਂ ਛੱਡ ਕੇ ਆਏ ਅਸੀਂ ਉਹਨਾਂ ਲਾਗੇ ਜਾ ਕੇ ਕਿਉਂ ਬਈਏ। ਤੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਨਾਨਕ ਜੀ 3 ਪੌੜੀਆਂ ਭਾਈ ਗੁਰਦਾਸ ਜੀ ਨੇ ਲਿਖੀਆਂ ਨੇ ਪਹਿਲੀਆਂ, ਚੌਥੀ ਪੌੜੀ ਵਿੱਚ ਨਾਨਕ ਜੀ ਜਾ ਕੇ ਜਵਾਬ ਦਿੰਦੇ ਨੇ। 3 ਪੌੜੀਆਂ ਦੇ ਵਿੱਚ ਸਿਰਫ ਕੁਐਸਚਨ ਹੀ ਕੀਤੇ ਗਏ ਨੇ। ਪਹਿਲਾਂ ਆਪਾਂ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਸਮਝਾਂਗੇ, ਉਹੀ ਸਿੱਧ ਚਰਚਾ ਦੀਆਂ। ਉਸ ਤੋਂ ਬਾਅਦ ਫਿਰ ਰਾਮਕਲੀ ਸਿੱਧ ਗੋਸ਼ਟ ਨਾਲ ਹੀ ਤੁਰੂਗੀ, ਉਹਦੇ ਵਿੱਚੋਂ ਅਰਥ ਆਪਾਂ ਨਾਲ ਭਾਈ ਗੁਰਦਾਸ ਜੀ ਨੂੰ ਲੈ ਕੇ ਤੇ ਨਾਨਕ ਜੀ ਦੇ ਨਾਲ ਅਸੀਂ ਵਿਚਾਰਾਂਗੇ। ਇੱਕ ਸਿੱਖ ਦੀ ਜ਼ਿੰਦਗੀ ਕਿੰਨੀ ਹੈਲਦੀ ਬਣਾਈ ਹੈ ਨਾਨਕ ਜੀ ਨੇ। ਸੋ ਮੈਂ ਇਹੀ ਬੇਨਤੀ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਥ ਦਿਓ। ਗੁਰੂ ਘਰਾਂ ਦਾ ਜੋ ਮਕਸਦ ਆ, ਗਿਆਨ ਦੇ ਕੇਂਦਰ ਹੋਣੇ ਚਾਹੀਦੇ ਨੇ। ਆਪਾਂ ਕੋਸ਼ਿਸ਼ ਉਧਰ ਨੂੰ ਕਰ ਰਹੇ ਹਾਂ, ਕਿਉਂਕਿ ਮੇਰੀ ਇੱਕ ਹੀ ਭਾਵਨਾ ਹੁੰਦੀ ਹੈ ਕਿ ਟੱਪਲੀਆਂ ਮਾਰਨ ਦੀ ਬਜਾਏ ਵਿਸ਼ੇ ਵਿੱਚ ਰਹਿ ਕੇ ਅਸੀਂ ਸਬਜੈਕਟ ਨੂੰ ਚੁਣੀਏ, ਬਾਣੀ ਨੂੰ ਚੁਣੀਏ ਤੇ ਉਹਦੀ ਵਿਚਾਰ ਕਰੀਏ। ਇੱਕ ਤੇ ਨਾਨਕ ਜੀ ਸਾਨੂੰ ਕੀ ਕਹਿੰਦੇ ਨੇ, ਜਿੱਦਣ ਅਸੀਂ ਇਹ ਸਮਝ ਲਾਂਗੇ ਨਾ। ਹੁਣ ਦੇਖੋ ਨਾਨਕ ਜੀ ਨੂੰ ਸਮਝਣ ਵਾਲੇ ਜਿਹੜੇ ਸਮਝਦੇ ਸਨ ਨਾ, ਮੈਂ ਅੱਜ ਸਵੇਰੇ ਹੀ ਗੱਲ ਕਰ ਰਿਹਾ ਸੀ, ਤੁਸੀਂ ਮਾਤਾ ਗੁਜਰੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਸਾਡੀ ਜ਼ਿੰਦਗੀ ਦਾ ਰੋਲ ਮਾਡਲ ਮਾਤਾ ਗੁਜਰੀ ਨਹੀਂ ਬਣਾ ਸਕੇ ਅਸੀਂ। ਮਾਤਾ ਸਦਾ ਕੌਰ ਦੀ ਕਿਤੇ ਤੁਸੀਂ ਜੀਵਨ ਦੀ ਘਾਟ ਸਮਝੋ, ਕਿੰਨਾ ਕੂਲ ਬ੍ਰੇਨ ਹੋਏਗਾ ਉਸ ਔਰਤ ਦਾ, ਕਿੰਨਾ ਦਿਮਾਗ ਠੰਡਾ ਹੋਵੇਗਾ। ਕਦੀ ਸੋਚੋ ਤੁਸੀਂ, ਰਾਜਨੀਤਿਕ 22 ਮਿਸਲਾਂ ਨੇ ਸਿੱਖ ਕੌਮ ਦੀਆਂ, ਜਿਹੜੀਆਂ ਧੁੰਤਰ ਲੜਦੀਆਂ ਨੇ ਇੱਕ ਦੂਜੇ ਦੇ ਨਾਲ। ਪਰ ਸਦਾ ਕੌਰ ਇੱਕ ਐਸੀ ਔਰਤ ਆ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਖੜਾ ਕਰਕੇ 22 ਮਿਸਲਾਂ ਦਾ ਰਾਜਾ ਬਣਾ ਦਿੰਦੀ ਉਹਨੂੰ। ਕਿੰਨਾ ਦਿਮਾਗ ਕੂਲ ਹੋਵੇਗਾ ਉਸ ਔਰਤ ਦਾ। ਮੈਂ ਇੱਕ ਨਿੱਕੇ ਜਿਹਾ ਇਨਸੀਡੈਂਟ ਕਹਿ ਕੇ ਮਾਫੀ ਮੰਗਣੀ ਚਾਹੁੰਦਾ, ਭੈਣਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਕਿਸ ਕੁਲ ਦੀਆਂ ਜੇ। ਸ਼ੁਕਰ ਚੱਕੀਆ ਮਿਸਲ ਤੇ ਕਨਈਆ ਮਿਸਲ ਦੀ ਜਦੋਂ ਆਪਸੀ ਫਾਈਟ ਹੁੰਦੀ ਨਾ, ਇਹਦੇ ਵਿੱਚ ਭਾਈ ਮਾਹ ਸਿੰਘ ਜੀ ਹੁਣੀ ਚੜ੍ਹਾਈ ਕਰ ਜਾਂਦੇ ਤੇ ਸਦਾ ਕੌਰ ਉੱਥੇ ਪਹੁੰਚਦੀ ਹੈ, ਆਪਣੇ ਪਤੀ ਨੂੰ ਕਹਿੰਦੀ ਫਿਕਰ ਨਾ ਕਰ ਤੂੰ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਮੌਤ ਆਉਣੀ। ਪਰ ਜਿਹੜਾ ਸਿੱਖੀ ਸਿਧਾਂਤਾਂ ਦਾ ਪਹਿਰਾ ਜਿਹੜਾ ਵਾ ਨਾ, ਉਹ ਅੱਗੇ ਮੈਂ ਸੰਭਾਲਾਂਗੀ। ਉਸ ਤੋਂ ਬਾਅਦਾਂ ਦਰਬਾਰ ਸਾਹਿਬ ਦੇ ਚੌਗਿਰਦੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਜੀ ਤੇ ਮਾਤਾ ਸਦਾ ਕੌਰ ਦੀ ਆਪਸੀ ਟਕਰਾਅ ਹੁੰਦਾ, ਤੇ ਮੇਰੇ ਵਰਗੇ ਜਿਹੜੇ ਪਿੱਛੇ ਚਮਚੇ ਹੁੰਦੇ ਨਾ, ਉਹ ਕਹਿੰਦੇ ਮੌਕਾ ਬੜਾ ਵਧੀਆ, ਜਿੰਨੇ ਹੱਥਾਂ ਜੇ ਤੁਹਾਡਾ ਪਤੀ ਮਾਰਿਆ ਜੇ, ਇੱਥੇ ਚਾੜ ਦਿਓ ਇਹਨੂੰ ਘੋੜੀ। ਤੇ ਕੋਈ ਗੱਲ ਨਹੀਂ ਜੇ ਸੁਣਦੀ ਸਦਾ ਕੌਰ। ਉੱਥੇ ਦੋਵਾਂ ਦੇ ਜਿਹੜੀ ਮਿਲਾਪ ਹੁੰਦਾ ਨਾ, ਉਹ 'ਚ ਪੁੱਛਿਆ ਜਾਂਦਾ ਵੀਰ ਜੀ, ਇੱਕ ਦੂਜੇ ਨੂੰ ਫਤਿਹ ਦੀ ਸਾਂਝ ਹੁੰਦੀ ਜੇ। ਉਸ ਤੋਂ ਬਾਅਦ ਨਾ ਇੱਕ ਦੂਸਰੇ ਦੇ ਪਰਿਵਾਰ ਬਾਰੇ ਪੁੱਛਿਆ ਜਾਂਦਾ। ਤੇ ਜਦੋਂ ਬਾਹਰ ਨਿਕਲਦੇ ਨਾ ਚੌਗਿਰਦੇ 'ਚ, ਤੇ ਮਾਤਾ ਸਦਾ ਕੌਰ ਕਹਿੰਦੀ ਤੁਸੀਂ ਬੜਾ ਬੋਲਦੇ ਸੋ, ਤੁਹਾਨੂੰ ਇਹ ਨਹੀਂ ਪਤਾ ਧੰਨ ਗੁਰੂ ਰਾਮਦਾਸ ਸਾਹਿਬ ਦਾ ਦਰ ਆ, ਹਰਿਮੰਦਰ ਸਾਹਿਬ ਦੇ ਵਿੱਚ ਅਸੀਂ ਗੁਰੂ ਨੂੰ ਮਿਲਣ ਗਏ ਹਾਂ, ਅਸੀਂ ਉੱਥੇ ਇੱਕ ਦੂਜੇ ਦੇ ਦੁਸ਼ਮਣ ਨਹੀਂ, ਜੰਗ ਦੇ ਮੈਦਾਨ ਦੇ ਵਿੱਚ ਲੜਾਂਗੇ, ਬਦਲਾ ਲੈਣਾ ਹੋਊਗਾ। ਤੇ ਕਿੰਨਾ ਦਿਮਾਗ ਠੰਡਾ ਹੋਵੇਗਾ ਉਹਦਾ ਬੀਬੀ ਦਾ, ਕਿਉਂਕਿ ਜਦ ਤੱਕ ਜ਼ਿੰਦਗੀ ਦੇ ਫੈਸਲੇ ਜੇ, ਆਪਣੇ ਘਰ ਦੇ ਫੈਸਲਿਆਂ ਵਿੱਚ, ਤੁਹਾਡੇ ਪੁੱਤਾਂ ਧੀਆਂ ਦੇ ਫੈਸਲਿਆਂ ਵਿੱਚ ਜੇ ਮਾਂ-ਬਾਪ ਆਪਣਾ ਦਿਮਾਗ ਠੰਡਾ ਨਹੀਂ ਨਾ ਰੱਖ ਸਕੇ, ਜੇ ਬਾਪ ਆਪਣਾ ਦਿਮਾਗ ਗਰਮ ਕਰਕੇ ਆਪਣੇ ਪੁੱਤਰ ਦੇ ਉੱਤੇ ਹੁਕਮ ਚਲਾਉਣਾ ਚਾਹਵੇ, ਧੀ ਨੂੰ ਇਹ ਫੈਸਲਾ ਦੱਸੇ ਤੂੰ ਮੇਰੀ ਮਰਜ਼ੀ ਨਾਲ ਵਿਆਹ ਕਰਨਾ ਹੈ, ਤੇ ਮੈਂ ਚੇਤਾ ਰੱਖਿਓ ਤੁਹਾਡਾ ਘਰ ਆਬਾਦ ਨਹੀਂ ਹੋਵੇਗਾ, ਬਰਬਾਦ ਹੋਵੇਗਾ। ਪਰ ਜਿੱਦਣ ਤੁਹਾਨੂੰ ਇਹ ਪਤਾ ਲੱਗੇ ਨਾ ਵੀ ਮੇਰੀ ਧੀ ਦਾ ਇਹ ਫੈਸਲਾ ਮੇਰੇ ਪੁੱਤ ਦਾ ਫੈਸਲਾ ਹੈ, ਉਦਣ ਆਪਣਾ ਦਿਮਾਗ ਠੰਡਾ ਰੱਖਿਓ, ਉਸ ਸਮੇਂ ਚੁੱਪ ਹੋ ਜਾਇਓ, ਪਾਣੀ ਦਾ ਘੁੱਟ ਪੀਓ, ਤੇ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਆਪਣੀ ਗੱਲ ਰੱਖਿਓ, ਦੇਖਿਓ ਤੁਹਾਡਾ ਪਰਿਵਾਰ ਬਦਲ ਜਾਵੇਗਾ। ਕਿਉਂਕਿ ਅਸੀਂ ਕਾਲੇ ਦਿਮਾਗ ਨਾਲ ਫੈਸਲੇ, ਗਰਮ ਫੈਸਲੇ ਕਰਦੇ ਹਾਂ। ਅੱਜ ਸਾਡੀ ਕੌਮ ਦੇ ਵੀ ਇਹੀ ਫੈਸਲੇ ਨੇ, ਖਿੰਥਾ ਕਾਲ ਕੁਆਰੀ ਕਾਇਆ ਰੋਜ਼ ਪੜ੍ਹਦੇ ਹਾਂ, ਪਰ ਸਾਡੇ ਕੋਲ ਹੈ ਕੱਖ ਨਹੀਂ ਜੇ। ਗੁਰੂ ਜੀ ਕਿਰਪਾ ਕਰਨ, ਸਮਾਂ ਪੰਧ ਮੁਕਾ ਗਿਆ। ਆਉਣ ਵਾਲੇ ਐਤਵਾਰ ਨੂੰ ਅਗਲੀ ਵਿਚਾਰ ਇਸੇ ਲੜੀ ਵਿੱਚ ਤੋਰਾਂਗੇ। ਜ਼ਰੂਰ ਸਮਾਂ ਕੱਢਿਓ। ਮੇਰੀਆਂ ਕੋਈ ਵੀ ਗਲਤੀਆਂ ਹੋਣ, ਮੈਂ ਆਪਣੀਆਂ ਹੱਥ ਜੋੜ ਕੇ ਮਾਫੀ ਮੰਗਦਾ। ਵਿਚਾਰ ਆਪਾਂ ਇੱਥੇ ਬਹਿ ਕੇ ਵੀ ਕਰ ਸਕਦੇ ਹਾਂ। ਕੋਈ ਤੁਹਾਨੂੰ ਲੱਗੇ ਵੀ ਆਹ ਗੱਲ ਤੁਹਾਡੀ ਸਮਝ ਵਿੱਚ ਮੇਰੇ ਨਾਲੋਂ ਜ਼ਿਆਦਾ ਆਈ ਹੈ, ਮੈਂ ਤੁਹਾਡੀ ਗੱਲ ਲੈਣ ਨੂੰ ਤਿਆਰ ਹਾਂ, ਪਰ ਸ਼ਰਤ ਹੈ ਕਿ ਉਹ ਗੁਰਮਤਿ ਦੀ ਕਸਵੱਟੀ 'ਤੇ ਹੋਵੇ। ਜਿਹੜਾ ਵੀ ਸਵਾਲ ਕੀਤਾ ਜਾਵੇ ਮੇਰੇ ਨਾਲ ਗੁਰਬਾਣੀ ਵਿੱਚੋਂ ਕਰੋ। ਮੈਂ ਇਹਨਾਂ ਵਿਸ਼ਿਆਂ ਦੇ ਉੱਤੇ ਬਿਲਕੁਲ ਵੀ ਸਮਾਂ ਨਹੀਂ ਗੁਜ਼ਾਰਨਾ ਚਾਹੁੰਦਾ। ਪਹਿਲਾਂ ਬੇਨਤੀ ਕਰ ਦੇਵਾਂ, ਬਹੁਤੇ ਲੋਕਾਂ ਦੇ ਇਹ ਵਿਸ਼ੇ ਹੁੰਦੇ ਨੇ, ਢੰਡਰੀਆਂ ਵਾਲਾ ਕੀ ਕਰਦਾ ਜੀ, ਉਹ ਫਲਾਨਾ ਕੀ ਕਰਦਾ ਜੀ, ਉਹ ਅਸੀਂ ਇੱਥੇ ਗੁਰਦੁਆਰੇ ਡਿਸਕਸ ਨਹੀਂ ਕਰਨਾ ਹੈ। ਸਾਡਾ ਇੱਥੇ ਵਿਸ਼ਾ ਹੈ ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨੂੰ ਵਿਚਾਰਨਾ। ਅਸੀਂ ਗੁਰਬਾਣੀ ਵਿੱਚ ਰਹਿ ਕੇ ਗੱਲ ਕਰਨੀ ਹੈ। ਇਹ ਤੁਹਾਡੇ ਨਿੱਜ ਦੇ ਵਿਸ਼ੇ ਨੇ, ਤੁਸੀਂ ਉਹਨੂੰ ਰਿਸਰਚ ਕਰੋ, ਫੇਸਬੁੱਕ 'ਤੇ ਕਰੋ, ਤੁਸੀਂ ਕਿਸੇ ਹੋਰ ਨੂੰ ਪੁੱਛੋ ਮੀਟ ਖਾਣਾ ਕਿ ਨਹੀਂ ਖਾਣਾ, ਰਾਗਮਾਲਾ ਪੜ੍ਹਨੀ ਕਿ ਨਹੀਂ ਪੜ੍ਹਨੀ, ਫਲਾਨੇ, ਇਹ ਵਿਸ਼ੇ ਤੁਹਾਡੇ ਨੇ।
ਜਾਂ ਅਕਾਲ ਤਖਤ ਸਾਹਿਬ 'ਤੇ ਚਿੱਠੀ ਲਿਖੋ। ਮੈਨੂੰ ਜੇ ਵਿਸ਼ਾ ਪੁੱਛਣਾ ਹੈ ਗੁਰਬਾਣੀ 'ਚੋਂ ਪੁੱਛੋ। ਗੁਰਬਾਣੀ ਦੇ ਜਿੰਨੇ ਕੁ ਅਰਥ ਮੈਨੂੰ ਸਮਝ ਆਉਣਗੇ ਮੈਂ ਤੁਹਾਨੂੰ ਦੱਸ ਦੇਵਾਂਗਾ, ਜਿੰਨੇ ਤੁਹਾਨੂੰ ਸਮਝ ਆਉਣਗੇ ਤੁਸੀਂ ਮੈਨੂੰ ਦੱਸ ਦਿਓ। ਆਪਾਂ ਹੈਲਦੀ ਵਿਚਾਰ ਵੱਲ ਤੁਰੀਏ ਤਾਂ ਅਸੀਂ ਆਪਣੇ ਗੁਰਦੁਆਰਿਆਂ 'ਚ ਆਹ ਬੱਚਿਆਂ ਵਰਗੇ ਨੌਜਵਾਨ ਲਿਆ ਸਕਦੇ ਹਾਂ। ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜੀਏ ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਪ੍ਰਭਾਪੇ ਮਿਲੇ। ਅੱਜ ਮੈਂ ਕੇਵਲ ਭੂਮਿਕਾ ਵਜੋਂ ਕਥਾ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਐਤਵਾਰ ਨੂੰ ਭਾਈ ਗੁਰਦਾਸ ਜੀ ਦੀਆਂ ਪਹਿਲੀਆਂ 3 ਪੌੜੀਆਂ ਜਿਹੜੀਆਂ ਅਚਲ ਬਟਾਲੇ ਦੀ ਧਰਤੀ 'ਤੇ ਸਿੱਧਾ ਨਾਲ ਵਿਚਾਰ ਗੋਸ਼ਟੀ ਵਿੱਚ ਹੋਈਆਂ ਨੇ ਉਹਦੀ ਕਰਾਂਗੇ। ਅਗਲੇ ਐਤਵਾਰ ਨੂੰ ਫਿਰ ਰਾਮਕਲੀ ਰਾਗ, ਕਿਉਂਕਿ ਮੈਂ ਚਾਹੁੰਦਾ ਕਿ ਸਾਡੀ ਉਹਦੇ ਉੱਪਰ ਵੀ ਧਿਆਨ ਰਵੇ। ਬੇਸ ਜਿਹੜਾ ਹੈ, ਜਿਹੜੀ ਅਚਲ ਬਟਾਲੇ ਦੀ ਮੁੱਖ ਜਿਹੜੀ ਹੈ ਵਿਚਾਰਧਾਰਾ ਜਿਹੜੀ ਹੈ, ਜਿਹੜੀ ਡਿਬੇਟ ਹੋ ਰਹੀ ਹੈ, ਉਹ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਲਿਖੀ ਹੈ। ਉਸ ਤੋਂ ਬਾਅਦ ਫਿਰ ਅਸੀਂ ਸਿੱਧ ਗੋਸ਼ਟ ਵੱਲ ਤੁਰਾਂਗੇ ਆਉਣ ਵਾਲੇ ਸਮੇਂ 'ਚ। ਗੁਰੂ ਜੀ ਕਿਰਪਾ ਕਰਨ। ਮੈਂ ਧੰਨਵਾਦੀ ਹਾਂ ਵੀਰ ਨਿਰਮਲ ਸਿੰਘ ਜੀ ਹੁਣਾਂ ਦਾ। ਬੜੇ ਪਿਆਰੇ ਕੀਰਤਨੀਏ ਨੇ, ਬਹੁਤ ਪਿਆਰਾ ਕੀਰਤਨ ਕਰਦੇ, ਸਮਝਦਾਰ ਸੁਲਝੇ ਹੋਏ ਵੀ ਨੇ। ਅਤੇ ਸਤਿਗੁਰੂ ਕਿਰਪਾ ਕਰਨ ਇਵੇਂ ਹੀ ਇੱਕ ਸੋਹਣੀ ਸਾਡਾ ਟੀਮ ਵਰਕ ਬਣ ਜਾਵੇ ਪ੍ਰਬੰਧਕਾਂ ਦਾ। ਕਿਉਂਕਿ ਮੈਂ ਅਕਸਰ ਬੇਨਤੀ ਕਰਦਾ, ਪ੍ਰਬੰਧਕ ਅਤੇ ਸੰਗਤ ਅਤੇ ਪ੍ਰਚਾਰਕ ਦੇ ਵਿੱਚ ਪ੍ਰਬੰਧਕ ਇੱਕ ਵਾਲ ਦਾ ਕੰਮ ਕਰਦੇ ਆ, ਵਾਲ ਦਾ ਵੀ ਅਤੇ ਚੇਨ ਦਾ ਵੀ। ਜੇ ਪ੍ਰਬੰਧਕ ਗੁਰਦੁਆਰੇ ਨੂੰ ਗਿਆਨ ਦਾ ਕੇਂਦਰ ਬਣਾਉਣਾ ਚਾਹੁਣ ਤੇ ਸੱਚ ਜਾਣਿਓ ਪ੍ਰਚਾਰਕ ਆਪਣੀ ਪੂਰੀ ਜਾਨ ਲਾ ਸਕਦਾ ਗੁਰਦੁਆਰੇ ਨੂੰ ਇੱਕ ਚੰਗਾ ਇੰਸਟੀਟਿਊਟ ਬਣਾਉਣ ਵਾਸਤੇ। ਪਰ ਜੇ ਪ੍ਰਬੰਧਕ ਸੰਗਤ ਦੀ ਮੋਢਾ ਲੈ ਕੇ ਇਹ ਕਹਿਣ ਜੀ ਸੰਗਤ ਨਹੀਂ ਜੇ ਤੁਹਾਡੇ ਨਾਲ ਚਾਹੁੰਦੀ ਪ੍ਰਚਾਰ ਕਰਨਾ, ਸੰਗਤ ਨਹੀਂ ਚਾਹੁੰਦੀ, ਇਹਦਾ ਮਤਲਬ ਵੀ ਸੰਗਤ ਨੂੰ ਅਸੀਂ ਸਮਝਾ ਨਹੀਂ ਸਕੇ। ਸੰਗਤ ਵਿੱਚ ਹਰ ਤਰੀਕੇ ਦਾ ਬੰਦਾ ਆਉਂਦਾ ਜੀ। ਸੋ ਸੰਗਤ ਦਾ ਫਰਜ਼ ਆ ਅਸੀਂ ਇੱਕ ਹੈਲਦੀ ਵਿਚਾਰ ਵੱਲ ਤੁਰੀਏ। ਮੇਰੀ ਗਲਤੀ ਹੋਵੇ ਮੈਨੂੰ ਤੁਰੰਤ ਦੱਸਿਓ, ਮੈਂ ਹਰ ਵਕਤ ਤੁਹਾਡੇ ਨਾਲ ਬਹਿਣ ਨੂੰ ਤਿਆਰ ਹਾਂ, ਤੁਹਾਡੇ ਕੋਲੋਂ ਗੱਲ ਸਿੱਖਣ ਨੂੰ ਤਿਆਰ ਹਾਂ। ਪਰ ਆਪਾਂ ਰਲ ਮਿਲ ਕੇ ਇੱਕ ਚੰਗਾ ਮਾਹੌਲ ਕ੍ਰੀਏਟ ਕਰੀਏ ਤਾਂ ਕਿ ਸਾਡੇ ਬੱਚੇ ਗੁਰੂ ਘਰ ਵੱਲ ਨੂੰ ਆਉਣ, ਅਸੀਂ ਗੁਰਦੁਆਰੇ ਵੱਲ ਆਪਣੇ ਬੱਚੇ ਲੈ ਕੇ ਆਈਏ, ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸਮਝੀਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਪ੍ਰਭਾਪੇ ਮਿਲੇ। ਭੁੱਲ ਗਲਤੀ ਦੀ ਖਿਮਾ। ਆਨੰਦ ਸਾਹਿਬ ਦਾ ਪਾਠ ਕਰੀਏ ਤੇ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ, ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਤੇ ਸੋ ਪਾਵੇ, ਸਦਾ ਸਿਵ ਸਲਾ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।